नमस्कार, मैं हाँ दीपक भंडारी ते तुसीं देख रहे हो D4 न्यूज़। साडे विशेष प्रोग्राम खरियां खरियां च तुहाडा स्वागत है। मणिपुर च होई एक घटना ने पूरे देश का सिर जिहड़ा है वो शर्मसार कर दिता। पर की साडे लीडरां नूं ते साडे अफसरां नूं शर्म आउंदी है? इस घटना तो कुछ सिख लईए या फिर राजनीति दीयां रोटियां ही सिखणियां? किस तरह दो जनानियां नूं नंगा करके कपड़े ला के उन्हां नूं घुमाया जाता है गलियां दे विच ते उन्हां नाल छेड़खानी भी की जाती है। एक पासे ते असीं देश अपने दा ढंडोरा पिटदे हैं पूरे विश्व दे विच कि असीं सब तो वड्डा लोकतंत्र देश है ते लोकतंत्र दी इहो कानूनी तस्वीर है। की है असली स्थिति, की असली चेहरा इहदा किन्ना भयानक है लोकतंत्र दा? ਇਹ ਹਰਕਤਾਂ ਤੇ ਸ਼ਾਇਦ ਜਦੋਂ ਮੁਗਲਾਂ ਦਾ ਸ਼ਾਸਨ ਸੀਗਾ ਜਾਂ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ ਉਦੋਂ ਵੀ ਨਹੀਂ ਹੁੰਦੀਆਂ ਹੋਣਗੀਆਂ ਕਿ ਜਨਾਨੀਆਂ ਦੇ ਕੱਪੜੇ ਲਾ ਕੇ ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਘੁਮਾਇਆ ਹੋਵੇ। ਕਿਸ ਤਰ੍ਹਾਂ ਇਹ ਘਟਨਾ ਹੁੰਦੀ ਹੈ, ਇਹਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਜਾਂਦੀ ਹੈ 18 ਮਈ ਨੂੰ, ਹੁਣ ਹੋ ਗਈ ਹੈ 19 ਜੁਲਾਈ। ਪੁਲਿਸ ਆਖਿਰਕਾਰ ਕਿਹਦੇ ਇੰਤਜ਼ਾਰ ਦੇ ਵਿੱਚ ਸੀ? ਤੇ ਜੇ ਗੱਲ ਕਰੀਏ ਉੱਥੋਂ ਦੇ ਮਣੀਪੁਰ ਦੇ ਮੁੱਖ ਮੰਤਰੀ ਸਾਹਿਬ ਦੀ ਐਨ ਬ੍ਰੇਨ ਤੇ ਉਹਨਾਂ ਦਾ ਇੱਕ ਬਿਆਨ ਆਉਂਦਾ ਵੀ ਗਰਾਊਂਡ ਤੇ ਇਹੋ ਜਿਹੇ ਹਜ਼ਾਰਾਂ ਹੀ ਮਾਮਲੇ ਤੁਹਾਨੂੰ ਵੇਖ ਪੈਣਗੇ। ਇਸੇ ਕਰਕੇ ਤੇ ਅਸੀਂ ਇੰਟਰਨੈਟ ਬੰਦ ਕੀਤਾ। ਸਰਕਾਰ ਮਾਮਲੇ ਪ੍ਰਤੀ ਗੰਭੀਰ ਹੈ, ਗੰਭੀਰਤਾ ਤੇ ਪੂਰਾ ਦੇਸ਼ ਤੁਹਾਡਾ ਵੇਖ ਰਿਹਾ। ਸੀਐਮ ਸਾਹਿਬ ਆਖਿਰਕਾਰ ਕੰਮ ਕੀ ਹੁੰਦਾ ਇੱਕ ਸੀਐਮ ਦਾ, ਇੱਕ ਮੰਤਰੀ ਦਾ ਤੇ ਇੱਕ ਵਿਧਾਇਕ ਦਾ, ਤੇ ਅਫਸਰਾਂ ਦੇ ਕੰਮ ਕੀ ਹੁੰਦੇ ਨੇ? ਇਹ ਹਾਲਾਤ ਹੈ ਸਾਡੀ ਇਸ ਜਿਹੜੇ ਲੋਕਤੰਤਰ ਦੀ 21 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ, ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਤੇ ਉਹਦੇ ਭਰਾ ਨੂੰ ਇਸ ਲਈ ਮਾਰਤਾ ਜਾਂਦਾ ਕਿਉਂਕਿ ਉਹ ਉਹਨੂੰ ਬਚਾਉਣ ਆਉਂਦਾ। ਸਾਡੇ ਨਾਲ ਨੇ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਰਮਾ ਜੀ ਨਮਸਕਾਰ। नमस्कार भंडारी साहब। शर्मा जी, कल दी एक वीडियो पूरे देखो पूरे सोशल मीडिया ते वायरल हुई है। पूरे शायद ही कोई ऐसा ही देश का इलाका हो या बाहर देश दुनिया का ऐसा इलाका हो जिथे उस घटना की चर्चा ना हुई हो। दो औरतां नूं नंगियां करके मणिपुर के इलाके दीयां गलियां च घुमाया जाता है। दो समुदायां दे विच लड़ाई है। एक समुदाय दे 800 तो 1000 बंदा एक पिंड ते हमला करता है। किस तरह एक कानूनी तस्वीर सामने आती है कि जी मैं तो कल का मन परेशान है, हैरान भी है, परेशान भी है, तो भी कहना आ रही है भी असी कैसो किहो जे समाज च रह रहे हैं भी जिथे औरतों की यह दुर्दशा की जाती है। ये उही औरत है कहते जिन जमे राजान तू घूमन का आखीए, ਉਹਦੀ ਤੇ ਤੁਸੀਂ मतलब रोल के रखता वाल वाल ਉਹਦੀ ਕਹਿੰਦੇ ਗਿੱਧਾ ਵਾਂਗੂ ਨੋਚ ਕੇ ਖਾ ਲਿਆ ਉਹਨੂੰ। भंडारी साहब सही गल है तुहाडी। रोंगटे खड़े करने वाली घटना शर्म आती आ, मन रोंदा भी असीं इहो ਜਿਹੇ मुल्क 'ਚ रह रहे हैं, इहो जी साडी लीडरशिप आ। 4 मई की घटना होवे ते अखां मूंद के बैठे आ, ना कोई प्रधानमंत्री बोलिया जी, ना कोई स्टेट का मुख मंत्री बोलिया, वो दब गया। ये तो वीडियो वायरल ना होंदी ते घटना का पता ही नहीं लगना। बिल्कुल तुहाडी गल ठीक है जी, घटना पता नहीं लगना। हुण वेखो सुप्रीम कोर्ट 'ਚ भी इसकी सुनवाई हुई आ। ਇਹ ਘਟਨਾ ਹੈਗੀ ਆ ਵੀ ਕਿੰਨੀ ਸ਼ਰਮ ਦੀ ਪਹਿਲਾਂ ਭਾਂ ਦੀ ਗੱਲ ਵੀ ਅਸੀਂ ਇਹੋ ਜਿਹੇ ਥਾਂ ਤੇ ਰਹਿ ਰਹੇ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਕੋਈ ਨਹੀਂ। ਇੱਕ ਬਣੇ ਅਸੀਂ ਨੰਨੀ ਛਾਂ ਪ੍ਰੋਗਰਾਮ ਚਲਾਉਂਦੇ ਆ, ਬੇਟੀ ਬਚਾਓ ਬੇਟੀ ਪੜਾਓ, ਪੜਾਓ ਬੇਟੀ ਬਚਾਓ ਪ੍ਰੋਗਰਾਮ ਚਲਾਉਂਦੇ ਆ। ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਲੀਡਰੋ ਵੀ ਤੁਸੀਂ ਕੀਤਾ ਹੀ ਕੁਛ ਨਹੀਂ। ਏਡੀ ਵੱਡੀ ਘਟਨਾ ਤੇ ਸਰਕਾਰ ਬਰਖਾਸਤ ਕਰ ਦੇਣੀ ਚਾਹੀਦੀ। ਵੇਖਣ ਕਿਹੜੇ ਆ ਰਕੇਸ਼ ਜੀ, ਪ੍ਰਧਾਨ ਮੰਤਰੀ ਸਾਹਿਬ ਕੀ ਵੇਖਣ ਦੇ ਤੇ ਗਵਰਨਰ ਕੀ ਕਰ ਰਿਹਾ? ਰਕੇਸ਼ ਜੀ ਸਵਾਲ ਇਹ ਵੀ ਬੜਾ ਵੱਡਾ ਆਉਂਦਾ। ਦੇਖੋ ਨਾ ਜੀ, ਕਰੀਬ 2.5 ਮਹੀਨੇ ਹੋ ਗਏ ਨੇ ਮਣੀਪੁਰ ਜਲ ਰਿਹਾ ਹੈ। ਇਹ ਘਟਨਾ 18 ਮਈ ਦੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਕਾਰਵਾਈ ਕੀ ਕੀਤੀ? ਮਣੀਪੁਰ ਜਲ ਰਿਹਾ, ਕਿਸਾਨਾਂ ਦੀਆਂ ਜ਼ਮੀਨਾਂ ਵਿਹਲੀਆਂ ਪਈਆਂ, ਡੰਗਰ ਵਿਚਾਰੇ ਰੁਲਣ ਡੇ ਆ ਤੇ ਕੋਈ ਪੁੱਛਣ ਗਿਛਣ ਵਾਲਾ ਨਹੀਂ। ਸਰਕਾਰ ਅੱਖ ਮੁੰਦ ਕੇ ਬੈਠੀ ਆ। ਹੁਣ ਵੇਖੋ ਮਣੀਪੁਰ ਦੇ ਥੌਵਾਲ ਜ਼ਿਲ੍ਹੇ ਦੀ ਇਹ ਘਟਨਾ ਜੀ 4 ਮਈ ਨੂੰ ਲਗਭਗ 1000 ਮਤਈ ਸਮੁਦਾਇ ਦੇ ਲੋਕ ਇੱਕ ਪਿੰਡ ਦੇ ਵਿੱਚ ਹਮਲਾ ਕਰਦੇ ਆ ਜੀ। ਹਮਲਾ ਕੀਤਾ। ਹਮਲਾ ਕਰਨ ਤੋਂ ਬਾਅਦ ਕੁੱਕੀ ਸਮੁਦਾਇ ਦੀਆਂ 3 ਮਹਿਲਾਂ ਤੇ 2 ਪੁਰਸ਼ਾਂ ਨੂੰ ਅਗਵਾ ਕਰ ਲੈਂਦੇ ਆ ਜੀ। ਇੱਕ ਜਨਾਨੀ ਵਿਚਾਰੀ ਕਿਸੇ ਤਰੀਕੇ ਭੱਜ ਕੇ ਨਿਕਲ ਜਾਂਦੀ ਆ ਤੇ ਦੋਵਾਂ ਜਨਾਨੀਆਂ ਨੂੰ ਨੰਗੇ ਕਰਕੇ ਕਿੰਨੀ ਸ਼ਰਮ ਦੀ ਗੱਲ ਆ ਸਾਰੇ ਇਲਾਕੇ 'ਚ ਘੁਮਾਉਂਦੇ ਆ। ਫਿਰ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਦੇ ਆ ਜੀ। 21 ਸਾਲ ਦੀ ਉਹ ਲੜਕੀ ਹੈ ਜਿਹਦੇ ਨਾਲ ਬਲਾਤਕਾਰ ਕੀਤਾ ਬੰਦੇ ਵਿਚਾਰੇ ਜਿਹੜੇ ਫੜੇ ਹੁੰਦੇ ਆ, ਅਗਵਾ ਕੀਤੇ ਹੁੰਦੇ ਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਆ। ਉਹ ਫਿਰ ਵਿਚਾਰੀਆਂ ਕਿਸੇ ਤਰੀਕੇ ਬਚਾ ਕੇ ਆਪਣੇ ਸਮੁਦਾਇ ਦੇ ਜਿੱਥੇ ਲੋਕ ਰਹਿੰਦੇ ਆ ਉੱਥੇ ਪਹੁੰਚਦੀਆਂ। ਤੇ ਘਟਨਾ ਦੀ ਰਿਪੋਰਟ 13 ਮਈ ਨੂੰ ਕਾਂਗ ਪੋਕਸੀ ਜ਼ਿਲ੍ਹੇ ਦੇ ਸਾਈਕਲ ਥਾਣੇ ਦੇ ਵਿੱਚ 0 FIR ਤੌਰ ਤੇ 0 ਨੰਬਰ FIR ਦੇ ਵੱਲੋਂ ਦਰਜ ਕੀਤੀ ਜਾਂਦੀ ਆ। ਫਿਰ ਪੁਲਿਸ ਨੇ ਤੇ ਇਹਨੂੰ ਜਿਹੜਾ ਸਾਈਕਲ ਥਾਣੇ ਤੋਂ 21 ਜੂਨ ਨੂੰ FIR ਥਾਈਬਲ ਦੇ ਥਾਣੇ ਵਿੱਚ ਸ਼ਿਫਟ ਕਰ ਦਿੰਦੇ ਆ, ਉੱਥੇ ਦਰਜ ਕਰਾ ਦਿੰਦੇ ਆ। ਪਰ ਪੁਲਿਸ ਕਾਰਵਾਈ ਕੋਈ ਨਹੀਂ ਕਰਦੀ।
19 ਜੁਲਾਈ ਨੂੰ ਜਦੋਂ ਘਟਨਾ ਦਾ ਵੀਡੀਓ ਸਾਹਮਣੇ ਆ ਜਾਂਦਾ ਤੇ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਵੀਰਵਾਰ ਨੂੰ 32 ਸਾਲ ਦੇ ਇੱਕ ਖੈਰੂਮ ਹੀਰਾਦਾਸ ਤੇ ਉਹਦੇ 4 ਹੋਰ ਆਰੋਪੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਆ। ਇਹਨਾਂ ਚਿਰ ਸੁੱਤੀ ਰਹਿੰਦੀ ਆ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਨੂੰ ਕੋਈ ਸ਼ਰਮ ਆਉਂਦੀ ਹੈ, ਕੋਈ ਇਹਨਾਂ ਦੀ ਆਤਮਾ ਜਾਗਦੀ ਆ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰਦੇ। ਜਦੋਂ ਪੁੱਛਿਆ ਜਾਂਦਾ ਬਾਕੀ ਗ੍ਰਿਫਤਾਰ ਕਿਉਂ ਨਹੀਂ ਹੋਏ, ਕਿ ਜੀ ਇਹ ਵੀ ਆਰੋਪ ਹੈਗਾ ਜੇ ਵੀ ਜਦੋਂ ਇਹ ਘਟਨਾ ਵਾਪਰਦੀ ਹੈ ਨਾ ਜੀ, ਉਹਨਾਂ ਨਾਲ ਜਿਨ੍ਹਾਂ ਨੇ ਹਾਦਸਾ ਆਇਆ ਉਹ ਕਹਿੰਦੇ ਵੀ ਅਸੀਂ ਸਮਝਿਆ ਵੀ ਸਾਨੂੰ ਪੁਲਿਸ ਬਚਾਊਗੀ ਤੇ ਪੁਲਿਸ ਤੇ ਕਹਿੰਦੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੀ। ਤਮਾਸ਼ਾ ਵੇਖਦੀ ਰਹੀ ਆ। ਸ਼ਰਮ ਦੀ ਗੱਲ ਹੈ ਤੇ ਪੁਲਿਸ ਵਾਲੇ ਬਰਖਾਸਤ ਕਰਦੇ ਤੇ ਹੁਣ ਕਹਿੰਦੇ ਵੀ ਕਿਡਨੈਪਿੰਗ ਦਾ, ਬਲਾਤਕਾਰ ਦਾ, ਹੱਤਿਆ ਦੇ ਪ੍ਰਯਾਸ ਦਾ ਮਾਮਲਾ ਦਰਜ ਕਰਤਾ ਤੇ ਸਾਡੇ ਸੀਐਮ ਸਾਹਿਬ ਕਿ ਜੀ ਇੱਥੇ ਮੈਂ ਜ਼ਰੂਰ ਤੁਹਾਡੀ ਟਿੱਪਣੀ ਚਾਹਾਂਗਾ ਵੀ ਸੀਐਮ ਦਾ ਕੰਮ ਕੀ ਹੁੰਦਾ ਇੱਕ ਵੀ ਤੂੰ ਅੰਦਰ ਬਹਿ ਕੇ ਤੇ ਮੌਜਾਂ ਕਰਨੀਆਂ ਵੀ 40 ਗੱਡੀਆਂ ਤੇਰੇ ਕੋ ਹੋਣ, ਜਿੱਥੇ ਮਰਜ਼ੀ ਤੂੰ ਜਾਵੇਂ ਤੇ ਤੇਰੀ ਬੱਲੇ ਬੱਲੇ ਹੋਵੇ। ਇੱਕ ਸੀਐਮ ਦਾ ਕੀ ਕੰਮ ਹੈ, ਇੱਕ ਮੰਤਰੀ ਦਾ ਕੀ ਕੰਮ ਹੈ ਤੇ ਇੱਕ ਐਮਐਲਏ ਦਾ ਕੀ ਕੰਮ ਹੈ? ਹੱਥ ਜੋੜ ਤੁਸੀਂ ਜਾਂਦੇ ਹੋ ਵੀ ਸਾਨੂੰ ਵੋਟਾਂ ਦਿਓ, ਲੋਕਾਂ ਨੂੰ ਸੀਮਤ ਕਰਤਾ ਤੁਸੀਂ। ਮੁਫਤ ਦਾਲ ਲਾਓ, ਮੁਫਤ ਰੋਟੀ ਲਾਓ ਤੇ ਮੁਫਤ ਬੱਤੀ ਪਾਣੀ ਲਾਓ। ਆਮ ਬੰਦੇ ਦਾ ਹਾਲਾਤ ਕੀ ਕਰਕੇ ਰੱਖ ਦਿੱਤੇ ਜੀ। ਕਹਿੰਦੇ ਆ ਵੀ ਤੂੰ ਸਾਡੀ ਧੀ ਏ, ਤੂੰ ਸਾਡੀ ਬੇਟੀ ਏ, ਤੂੰ ਸਾਡੀ ਭੈਣ ਆ। ਉਹ ਤਾਂ ਪਿੰਡ ਦੀਆਂ ਵੋਟਾਂ ਪਾਓ ਜੀ। ਸਾਡੇ ਪੈਸੇ ਦੀਆਂ ਸਰਕਾਰੀ ਸੁਵਿਧਾਵਾਂ ਮਿਲਦੀਆਂ, ਕੋਠੀ ਮਿਲੀ, ਗਨਮਨ ਮਿਲੇ, ਟੈਲੀਫੋਨ ਮੁਫਤ, ਪੀਏ ਮੁਫਤ, ਜਿੱਥੇ ਘੁੰਮਣਾ ਸਰਕਾਰੀ ਤੇਲ ਮੁਫਤ, ਸਰਕਾਰੀ ਗੱਡੀਆਂ ਮੁਫਤ, ਸਾਰੀ ਸਰਕਾਰੀ ਮਕਾਨ ਰਹਿਣ ਨੂੰ ਮੁਫਤ, ਬੱਤੀ ਮੁਫਤ। ਤੇ ਤੁਸੀਂ ਕਰਨਾ ਕੀ ਆ ਜੇ ਤੁਸੀਂ ਉਹਨਾਂ ਧੀਆਂ ਭੈਣਾਂ ਦੀ ਰੱਖਿਆ ਨਹੀਂ ਕਰ ਸਕਦੇ ਤੇ ਸੀਐਮ ਰਹਿਣ ਦੇ ਉੱਤੇ ਇਹਨਾਂ ਤੇ ਬਰਖਾਸਤ ਕਰ ਦੇਣਾ ਚਾਹੀਦਾ ਜੀ। ਦੇਖੋ ਜੀ, ਸੁਪਰੀਮ ਕੋਰਟ ਨਾ ਬੋਲਦਾ। ਕੱਲ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ, ਆਪਣੇ ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ, ਉਹਨਾਂ ਦਾ ਵੀ ਇੱਕ ਸਖਤ ਟਿੱਪਣੀ ਹੈ ਵੀ ਸਰਕਾਰ ਕੋਈ ਐਕਸ਼ਨ ਲੈਂਦੀ ਕਿ ਇਹੀ ਐਕਸ਼ਨ ਲਈਏ। ਦਿੱਲੀ ਤੱਕ ਮਣੀਪੁਰ ਘਟਨਾ ਦੀ ਗੂੰਜ ਪਹੁੰਚਣ ਲੱਗਿਆ ਇੰਨੇ ਦਿਨ ਲੱਗ ਗਏ। ਕੱਲ ਪ੍ਰਧਾਨ ਮੰਤਰੀ ਸਾਹਿਬ ਵੀ ਬੋਲੇ ਨੇ ਵੀ ਦੇਸ਼ ਆਕਰੋਸ਼ ਹੈ, ਵੀ ਦੇਸ਼ ਤੇ ਆਪੇ ਆਕਰੋਸ਼ ਆਏਗਾ। ਕਦੀ ਨਿਰਭਇਆ ਕਾਂਡ ਹੋ ਜਾਂਦਾ ਵੀ ਕਿਸ ਤਰ੍ਹਾਂ ਸਮੂਹਿਕ ਲੜਕੀ ਦੇ ਨਾਲ ਦਿੱਲੀ ਦੇ ਵਿੱਚ ਹੁੰਦਾ। ਮਤਲਬ ਹਰ ਗੱਲ ਵੀ ਹੁਣ ਇੱਥੇ ਇਨਸਾਫ ਉਦੋਂ ਮਿਲੇਗਾ ਵੀ ਜਦੋਂ ਕੋਈ ਸੋਸ਼ਲ ਮੀਡੀਆ ਦੀ ਚੀਜ਼ ਵਾਇਰਲ ਹੋ ਜਾਏਗੀ। ਇਨਸਾਫ ਉਦੋਂ ਮਿਲੇਗਾ ਜਦੋਂ ਲੋਕ ਸੜਕਾਂ ਤੇ ਆ ਜਾਣਗੇ ਤੇ ਪ੍ਰਦਰਸ਼ਨ ਕਰਨ ਲੱਗ ਜਾਣਗੇ। ਇਨਸਾਫ ਉਦੋਂ ਮਿਲੇਗਾ ਜਦੋਂ ਮਾਰ ਦਿੱਤਾ ਜਾਂਦਾ ਲੋਕਾਂ ਨੂੰ ਸ਼ਰੇਆਮ। ਕੋਈ ਦਿਨ ਰਕੇਸ਼ ਜੀ ਐਸਾ ਨਹੀਂ ਜਾਂਦਾ ਵੀ ਜਿਸ ਦਿਨ ਕਿਸੇ ਨਾ ਕਿਸੇ ਅਪਰਾਧੀ ਨੇ ਕੋਈ ਕਾਨੂੰਨੀ ਹਰਕਤ ਨਹੀਂ ਕਰਦਾ, ਕਿਸੇ ਨੂੰ ਗੋਲੀ ਨਹੀਂ ਮਾਰ ਦਿੰਦਾ। ਇਸ ਤਰ੍ਹਾਂ ਦਾ ਕੋਈ ਦਿਨ ਨਹੀਂ ਜਾ ਰਿਹਾ। ਗੱਲ ਬਿਲਕੁਲ ਧੀਆਂ ਭੈਣਾਂ ਦੀ ਇਹ ਤਾਂ ਸੇਫ ਨਹੀਂ। ਤੁਸੀਂ ਆਪਣੀ ਧੀਆਂ ਭੈਣਾਂ ਨੂੰ ਕੱਲਿਆਂ ਬਾਜ਼ਾਰ ਭੇਜ ਨਹੀਂ ਸਕਦੇ। ਜਾਂ ਤਾਂ ਕੋਈ ਲੁੱਟ ਖੋਹ ਹੋ ਜੂਗੀ, ਜਾਂ ਛੇੜਖਾਨੀ ਹੋ ਜੂਗੀ, ਜਾਂ ਇਹੋ ਜਿਹੀਆਂ ਘਟਨਾ ਹੋ ਜਾਣਗੀਆਂ। ਸ਼ਰਮ ਆਤੀ ਗੱਲ ਪ੍ਰਸ਼ਾਸਨ ਦੀ। ਲੱਗਦਾ ਤੁਹਾਨੂੰ ਦੇਸ਼ ਆਜ਼ਾਦ ਹੋਇਆ? ਬਿਲਕੁਲ ਨਹੀਂ ਲੱਗ ਰਿਹਾ ਜੀ। ਬਿਲਕੁਲ ਨਹੀਂ ਲੱਗਦਾ। ਇਹਨਾਂ ਗੁਲਾਮੀ ਚੰਗੀ ਸੀ। ਮੁਗਲਾਂ ਦੇ ਰਾਜ 'ਚ, ਅੰਗਰੇਜ਼ਾਂ ਦੇ ਰਾਜ 'ਚ ਇਦਾਂ ਦੀ ਕੋਈ ਮਾੜੀ ਘਟਨਾ ਨਹੀਂ ਹੋਈ। ਉਹ ਵੀ ਉਸ ਦੀ ਕਰਦੇ ਸੀ ਤੇ ਸਾਨੂੰ ਵਾਸਤੇ ਸ਼ਰਮ ਦੀ ਗੱਲ ਆ। ਹੁਣ ਕੱਲ ਵੇਖੋ ਸੁਪਰੀਮ ਕੋਰਟ ਨੇ ਇਹਦਾ ਸਖਤ ਨੋਟਿਸ ਲਿਆ। ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਪੀ.ਐਮ. ਨਾਸਿਮਹਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਵੀਡੀਓ ਵੇਖਣ ਤੋਂ ਬਾਅਦ ਕਿਹਾ ਵੀ ਵੀਡੀਓ ਪਰੇਸ਼ਾਨ ਕਰਨ ਵਾਲੀ ਆ। ਆਂਦੇ ਵੀ ਔਰਤਾਂ ਨੂੰ ਹਿੰਸਾ ਦੇ ਸਾਧਨ ਦੇ ਰੂਪ 'ਚ ਇਸਤੇਮਾਲ ਕਰਨਾ ਸਵੀਕਾਰ ਨਹੀਂ ਹੈ। ਕੋਰਟ ਨੇ ਰਾਜ ਸਰਕਾਰ ਨੂੰ ਪੁੱਛਿਆ ਵੀ ਐਡੀ ਮਾੜੀ ਘਟਨਾ ਘਟ ਗਈ, ਦੱਸੋ ਦੋਸ਼ੀਆਂ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ 28 ਜੁਲਾਈ ਤੋਂ ਪਹਿਲਾਂ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਤੇ ਹੋਮ ਮਿਨਿਸਟਰ ਸਾਡਾ ਤੇ ਸੈਂਟਰ ਦੇ ਤੇ ਮਣੀਪੁਰ ਦੇ ਚੀਫ ਸੈਕਟਰੀ ਕੋਲੋਂ ਐਫੀਡੇਵਿਟ ਦੇ ਕੇ ਉਹਨਾਂ ਕੇ ਜਵਾਬ ਦਿਓ। ਚੀਫ ਜਸਟਿਸ ਨੇ ਵੀ ਕਿਹਾ, ਆਂਦਾ ਕਿ ਕੋਈ ਨਹੀਂ ਜਾਣਦਾ ਵੀ ਮਹਿਲਾ ਨਾਲ ਜਿਹੜੀ ਐਡੀ ਮਾੜੀ ਘਟਨਾ ਆਈ ਇਹ ਪਹਿਲੀ ਆ ਕਿ ਇੱਕ ਪੈਟਰਨ ਹੀ ਚੱਲਦਾ ਆਇਆ ਹੈ। ਜੀ ਉਹ ਸੀਐਮ ਸਾਹਿਬ ਕਹਿ ਰਹੇ ਨੇ ਵੀ ਇੱਕ ਗਰਾਊਂਡ ਰਿਪੋਰਟ ਤੇ ਐਸੇ ਇੱਕ ਅਖਬਾਰ 'ਚ ਰਿਪੋਰਟ ਛਪੀ ਹੈ ਜੀ, ਉਹਨਾਂ ਦੇ ਹੈਡਲਾਈਨ ਛਾਪੀ ਉਹਨਾਂ ਨੇ ਵੀ ਸੀਐਮ ਸਾਹਿਬ ਇਹ ਕਹਿੰਦੇ ਵੀ ਇਹੋ ਜਿਹੇ ਗਰਾਊਂਡ 'ਚ ਹਜ਼ਾਰਾਂ ਕੇਸ ਨੇ ਜਿਹਦੇ ਕਰਕੇ ਇੰਟਰਨੈਟ ਬੰਦ ਕਰਨਾ। ਸ਼ਰਮ ਦੀ ਗੱਲ ਆਪ ਕਹਿੰਦੇ ਆ ਵੀ ਇੰਟਰਨੈਟ ਨੇ ਸਭ ਕੁਝ ਕਰਨਾ ਤੇ ਇੰਟਰਨੈਟ ਬੰਦ ਕੀਤਾ ਤੇ ਫਿਰ ਵੀ ਘਟਨਾ ਆ ਗਈ ਨਾ ਵੀਡੀਓ ਦੇ ਉੱਤੇ। ਮਤਲਬ ਵੀਡੀਓ ਵਾਇਰਲ ਹੋ ਗਈ ਨਾ ਫਿਰ ਜੀ। ਇੰਟਰਨੈਟ ਬੰਦ ਕਰਨਾ ਸਮੱਸਿਆ ਦਾ ਹੱਲ ਆ? ਬਿਲਕੁਲ ਨਹੀਂ ਹੱਲ ਸਮੱਸਿਆ ਦਾ, ਇਹ ਗੱਲ ਹੀ ਨਹੀਂ। ਹੁਣ ਸਰਕਾਰ ਚੀਫ ਜਸਟਿਸ ਕੇਂਦਰ ਤੇ ਰਾਜ ਸਰਕਾਰ ਨੂੰ ਇਹ ਬੈਂਚ ਨੇ ਪੁੱਛਿਆ ਵੀ ਦੱਸੋ ਵੀ ਤੁਸੀਂ ਕੀ ਕਾਰਵਾਈ ਕੀਤੀ ਜੇ, ਤੁਹਾਨੂੰ ਸਮੇਂ ਆਂਦੇ ਟਾਈਮ ਦੇ ਰਹੇ ਆ, ਕਾਰਵਾਈ ਕਰੋ ਨਹੀਂ ਤੇ ਸਾਨੂੰ ਕਰਨੀ ਪੈਣੀ ਜੇ। ਤੇ ਪਟਾਰੀ ਸਾਹਿਬ ਉੱਥੇ ਲਾ ਦੇਣੇ ਮਾੜੇ ਜੇ ਵੀ 2.5 ਮਹੀਨਿਆਂ ਦੇ ਸਰਕਾਰੀ ਮਾਲਖਾਨੇ 'ਚ 30,000 ਬੰਦੂਕਾਂ ਤੇ 6 ਲੱਖ ਗੋਲੀਆਂ ਲੁੱਟ ਲੀਆਂ ਗਈਆਂ ਜੇ, ਕਿਸੇ ਨੇ ਵਾਪਸ ਨਹੀਂ ਕੀਤੀਆਂ। ਤੇ ਹਿੰਸਾ ਦੇ ਪਹਿਲੇ 5 ਦਿਨਾਂ 'ਚ 70 ਲੋਕ ਮਰ ਗਏ ਜਿਨ੍ਹਾਂ ਦੀਆਂ ਬੋਡੀਆਂ ਮੋਰਚੇ 'ਚ ਪਈਆਂ। ਕੋਰਟ ਦੇ ਕਹਿਣ ਦੇ ਬਾਵਜੂਦ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। 60,000 ਤੋਂ ਵੱਧ ਲੋਕ
ਜਿਹੜੇ ਉੱਥੇ ਰਿਲੀਫ ਸ਼ਿਵਰ ਬਣਾਏ ਆ, ਰਾਹਤ ਸ਼ਿਵਰ, ਉਹਨਾਂ ਦੇ ਵਿੱਚ ਰਹਿ ਰਹੇ ਜੇ 10,000 ਤੋਂ ਵੱਧ ਲੋਕ ਦੂਜੀਆਂ ਸਟੇਟਾਂ ਚੱਲ ਕੇ ਜਾ ਕੇ ਰਹਿਣ ਲੱਗ ਪਏ ਆ। ਕਿੱਡੀ ਸ਼ਰਮ ਦੀ ਗੱਲ ਹੈ। ਤੇ ਜੰਗਲ ਰਾਜ ਹੋ ਗਿਆ ਅੱਜ ਤੱਕ, ਤੇ ਹਿੰਸਾ ਦੀਆਂ 5,000 ਘਟਨਾਵਾਂ ਤੇ 6,000 FIR ਹੋਈਆਂ ਤੇ 147 ਲੋਕ ਸਿਰ ਗ੍ਰਿਫਤਾਰ ਹੋਏ ਜੇ। ਕਿ ਜੀ ਇਹ ਹੈ ਆਜ਼ਾਦ ਭਾਰਤ ਦੀ ਤਸਵੀਰ। ਤੁਸੀਂ ਦੇਖੋ ਇੱਕ 21 ਸਾਲ ਦੀ ਕੁੜੀ ਨੂੰ ਪਹਿਲੇ ਉਹਨਾਂ ਨੂੰ ਦੋਨਾਂ ਨੂੰ ਕਹਿੰਦੇ ਵੀ ਕੱਪੜੇ ਲਾ ਆਪਣੇ ਤੇ ਤੁਹਾਨੂੰ ਗੋਲੀਆਂ ਮਾਰ ਦਿਆਂਗੇ, ਕੱਪੜੇ ਲਵਾਈ ਜਾਂਦੇ ਆ, ਫਿਰ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ। ਇੱਕ ਨਾਲ ਸਮੂਹਿਕ ਬਲਾਤਕਾਰ ਹੁੰਦਾ, ਉਹਦੇ ਭਰਾ ਉਹਨੂੰ ਬਚਾਉਣ ਜਾਂਦਾ, ਉਹਨੂੰ ਮਾਰ ਦਿੱਤਾ ਜਾਂਦਾ। ਦੇਖੋ ਵੀ ਕਿੰਨੀ ਸਾਹਿਬ ਇਦਾਂ ਦੇ ਲੋਕਾਂ ਨੂੰ ਚਰਾਏ 'ਚ ਖੜਾ ਕਰਕੇ ਫਾਂਸੀ ਤੇ ਟੰਗਣਾ ਚਾਹੀਦਾ, ਗੋਲੀ ਮਾਰ ਦੇਣੀ ਚਾਹੀਦੀ ਆ ਜੀ। ਕਾਨੂੰਨ ਇਹਨਾਂ ਤੁਸੀਂ ਦੁਬਈ 'ਚ ਵੇਖੋ, ਤੁਹਾਨੂੰ ਕਿਤੇ ਪੁਲਿਸ ਨਹੀਂ ਮਿਲੂਗੀ, ਪਰ ਮਜਾਲ ਆ ਉੱਥੇ ਕੋਈ ਇਦਾਂ ਦੀ ਘਟਨਾ ਹੋ ਜੇ। ਕਿ ਜੀ ਕਾਨੂੰਨ ਕਹਿਣਾ ਆਉਂਦੀ ਹੈ, ਇਹ ਕਹਿੰਦੇ ਆ ਸਾਨੂੰ ਵਾਰ-ਵਾਰ ਕਹਿ ਚੁੱਕੇ ਆ, ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਕਾਨੂੰਨ ਆ ਤੇ ਸਾਡੇ ਲੀਡਰਾਂ ਨੂੰ ਉਹੀ ਕਾਨੂੰਨ ਚੰਗੇ ਲੱਗਦੇ ਨੇ, ਕਿਉਂਕਿ ਲੋਕ ਸਾਡੇ ਨਾਮ ਮਿਲਦਾ ਨਾ, ਠੱਗੀਆਂ ਮਾਰਦੇ ਆ, ਲੋਕ ਵੱਡੇ ਘਬਰੇ ਕਰਦੇ ਆ ਤੇ ਇਸੇ ਕਾਨੂੰਨ ਦੀ ਆੜ ਲੱਗੇ ਵੱਜ ਜਾਂਦੇ ਆ। ਕਿ ਜੀ ਲੋਕ ਸਭਾ 'ਚ ਵਿਧਾਨ ਸਭਾ 'ਚ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ, ਅੱਜ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਵੀ ਆਖਰਕਾਰ ਸਰਕਾਰਾਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੀਆਂ, ਕੀ ਕਾਰਨ ਹੈ ਵੀ ਜਿਹੜੇ ਇਹਨਾਂ ਤੇ ਪੈਂਡਿੰਗ ਕੇਸ ਨੇ ਉਹ ਚੜ੍ਹਦੇ ਨਹੀਂ। ਵੇਖੋ ਨਾ 50-50 ਕਾਲਜ ਤੁਸੀਂ ਆਮ ਬੰਦਾ ਬਣਾ ਸਕਦਾ ਕਿ ਜੀ ਇਹ ਲੀਡਰਾਂ ਦੇ 50-50 ਕਾਲਜ ਨੇ, ਕਿਹੜੀਆਂ ਵੱਡੀਆਂ ਇਹਨਾਂ ਦੀਆਂ ਵੱਡੇ ਮਹਿਲ ਆ, 16-16 ਫੁੱਟ ਦੇ ਦਰਵਾਜ਼ੇ ਲਾਏ ਇਹਨਾਂ ਨੇ, ਕਿੱਥੋਂ ਲਾ ਲੈਂਦੇ ਘਰਾਂ 'ਚ? 6 ਫੁੱਟ ਦਾ ਦਰਵਾਜ਼ਾ ਲਾ ਲਗੇ 10 ਵਾਰੀ ਵੇਂਦੇ ਵੀ ਅੱਧਾ ਫੁੱਟ ਨੀਵਾਂ ਕਰ ਲਈਏ, ਬੰਦਾ ਲੰਘਣ ਜੋਗਾ ਹੋ ਜੇ। ਬੜਾ ਰਿਸ਼ਾ ਇੱਕ ਬੰਨੇ ਅਸੀਂ ਕਹਿੰਦੇ ਪੁਲਿਸ ਦੀ ਅਸੀਂ ਮਾਡਰਨਾਈਜੇਸ਼ਨ ਕਰ ਰਹੇ ਹਾਂ ਜੀ, ਪੁਲਿਸ ਨੂੰ ਆਧੁਨਿਕ ਹਥਿਆਰ ਦੇ ਰਹੇ ਹਾਂ, ਤੇ ਇਹ ਪੁਲਿਸ ਕਿੱਦਾਂ ਦੀ ਆ? ਕਿ ਜੀ ਗੱਲ ਫਿਰ ਹੋ ਜਾਂਦੀ ਵੀ ਮਰਦਾ ਕਿਉਂ ਨਹੀਂ ਬਚਾਇਆ ਲੋਕਾਂ ਨੂੰ? ਇਹਨਾਂ ਆਪਣੀ ਜਾਨ ਬਚਾਈ ਨਾ, ਸਿਰਫ ਵੋਟ ਲੈਣ ਤੱਕ ਹੀ ਸੀਮਿਤ ਰਹਿ ਗਏ ਲੋਕ। ਲੋਕਾਂ ਨੂੰ ਦੇਈ ਜਾਓ ਮੁਫਤ ਰੋਟੀਆਂ, ਮੁਫਤ ਅਨਾਜ ਦੇਈ ਜਾਓ ਤੇ ਲੋਕੀ ਵੀ ਲਈ ਜਾਓ, ਤੇ ਇਹੋ ਹਾਲਾਤ ਹੋਣੇ ਆ। ਕਿਉਂਕਿ ਜਦੋਂ ਤੁਹਾਨੂੰ ਮੁਫਤਖੋਰੀ ਦੀ ਆਦਤ ਪੈ ਜਾਂਦੀ ਨਾ, ਤੁਸੀਂ ਭਿੱਖ ਮੰਗੇ ਜਦੋਂ ਬਣ ਜਾਂਦੇ ਹੋ, ਫਿਰ ਤੁਹਾਡੇ ਕੋਈ ਅਧਿਕਾਰ ਨਹੀਂ ਰਹਿ ਜਾਂਦੇ, ਕੋਈ ਫੰਡਾਮੈਂਟਲ ਰਾਈਟ ਨਹੀਂ ਰਹਿ ਜਾਂਦੇ, ਤੇ ਨਾ ਹੀ ਤੁਹਾਨੂੰ ਇਹ ਅਧਿਕਾਰ ਰਹਿ ਜਾਂਦਾ ਵੀ ਤੁਸੀਂ ਕਿਸੇ ਨੂੰ ਕੁਝ ਸਵਾਲ ਕਰੋ। ਤੇ ਪਰ ਟੈਕਸ ਤੁਸੀਂ ਕੋਈ ਇਨਡਾਇਰੈਕਟ ਟੈਕਸ ਦਿੰਦਾ ਹੈ, ਕੋਈ ਡਾਇਰੈਕਟ ਟੈਕਸ ਦਿੰਦਾ ਹੈ। ਦੇਖੋ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਤੇ ਬੜਾ ਰਿਸ਼ਾ ਟੈਕਸ ਕੋਈ ਅਸੀਂ ਖਰੀਦਣ ਜਾਂਦੇ ਆ, ਆਮਦਨ ਤੇ ਦੇਣੇ ਆ, ਜਿਹੜੀ ਚੀਜ਼ ਲੈਂਦੇ ਖਰੀਦਦੇ ਉਹ ਤੇ ਵੀ ਟੈਕਸ ਦਿੰਦੇ ਆ। ਜਿਹੜਾ ਟੈਕਸ ਦਿੰਦਾ ਉਹ ਮਾਰਿਆ ਜਾਂਦਾ, ਬਸ ਜਿਹੜਾ ਟੈਕਸ ਨਹੀਂ ਦਿੰਦਾ ਮੋਜਾ ਲੈਣ ਡਿਆ, ਇੱਥੇ ਪੁੱਛਣ ਵਾਲਾ ਕੋਈ ਨਹੀਂ। ਰਕੇਸ਼ ਜੀ ਦੇਖੋ ਜੇਲ੍ਹਾਂ 'ਚੋਂ ਬਹਿ ਕੇ ਨੈਟਵਰਕ ਚਲਾਈ ਜਾਂਦੇ ਆ, ਕਿਸ ਤਰ੍ਹਾਂ ਚੱਲ ਰਿਹਾ ਤੁਹਾਡੀ ਅਫਸਰਾਂ ਦੀ ਮਿਲੀ ਭਗਤ ਤੋਂ ਬਗੈਰ ਚੱਲ ਰਿਹਾ ਨੈਟਵਰਕ? ਬਿਲਕੁਲ ਅਫਸਰਾਂ ਦੀ ਕੀ ਲੀਡਰਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਗਲਤ ਕੰਮ ਹੋ ਰਿਹਾ? ਇਹਨਾਂ ਨੂੰ ਦਿਸਦਾ ਨਹੀਂ, ਤੇ ਤੁਹਾਨੂੰ ਨਹੀਂ ਦਿਸਦਾ ਤੇ ਤੁਹਾਨੂੰ ਤਾਂ ਅਸਤੀਫੇ ਦੇ ਦੇਣੇ ਚਾਹੀਦੇ ਆ। ਬਿਲਕੁਲ ਵੇਖੋ ਇਹ ਅਯੋਗ ਹੈਗੇ ਆ, ਤੇਰੇ ਨੂੰ ਘਰ ਭਾਦੇ ਹੋ, ਪਹਿਲੇ ਇਹਨਾਂ ਦੀ ਵੀ ਇੱਕ ਲਿਮਟ ਹੋਣੀ ਚਾਹੀਦੀ ਉਮਰ ਦੀ, ਵੀ ਇਹ 70 ਦੀ ਉਮਰ ਤੱਕ ਚੱਲਣਗੇ। ਜੇ 58 ਸਾਲ ਦਾ ਮੁਲਾਜ਼ਮ ਰਿਟਾਇਰ ਹੋ ਜਾਂਦਾ ਤੇ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ, ਤੇ 30-90 ਸਾਲ ਦੇ ਕਿੱਦਾਂ ਦੇਸ਼ 'ਚ ਰਾਜ ਕਰੀ ਜਾਂਦੇ ਜੇ? ਫਿਰ ਕਿ ਜੀ ਪਰਿਵਾਰ ਅੱਗੇ ਆ ਜਾਂਦਾ। ਐਮਐਲਏ ਕਹਿੰਦਾ ਮੇਰਾ ਮੁੰਡਾ ਵੀ ਐਮਐਲਏ ਬਣ ਜਾਏ, ਐਮਪੀ ਕਹਿੰਦਾ ਮੇਰਾ ਮੁੰਡਾ ਵੀ ਐਮਪੀ ਬਣ ਜਾਏ, ਮੰਤਰੀ ਕਹਿੰਦਾ ਮੇਰਾ ਮੁੰਡਾ ਵੀ ਮੰਤਰੀ ਬਣ ਜਾਵੇ। ਤੇ ਗੱਲਾਂ ਕਰਾਂਗੇ ਕਾਂਗਰਸ ਦੇ ਪਰਿਵਾਰਵਾਦ ਦੀਆਂ, ਪਰਿਵਾਰਵਾਦ ਸਾਰੇ ਥਾਂ ਤੇ ਘੱਟ ਕੌਣ ਕਰਦਾ ਕਿ ਜੀ ਕੋਈ ਗੱਲ ਨਹੀਂ। ਦੇਖੋ ਬੜੀ ਕਾਨੂੰਨੀ ਘਟਨਾ, ਜਿੰਨੀ ਇਸ ਦੀ ਨਿੰਦਾ ਕੀਤੀ ਜਾਏ ਥੋੜੀ ਹੈ। ਤੁਸੀਂ ਸੋਚ ਕੇ ਦੇਖੋ, ਰੂਹ ਕੰਬ ਜਾਂਦੀ ਹੈ। ਤੁਸੀਂ ਉਹ ਦੇਖੋ ਵੀਡੀਓ, ਤੇ ਤੁਸੀਂ ਕਦੀ ਇਮੇਜਿਨ ਕਰੋ ਵੀ ਕਿਸੇ ਬੰਦੇ ਨੂੰ ਹੀ ਨੰਗਾ ਕਰਕੇ ਬਾਜ਼ਾਰ ਦੇ ਵਿੱਚ ਫੇਰਿਆ ਜਾਵੇ ਤੇ ਉਹਦੇ ਕੀ ਹਾਲਾਤ ਹੋਣਗੇ। ਉਹਨਾਂ ਕਿਹਾ ਜਾ ਰਿਹਾ ਉਹ ਜਿਹੜੀ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਉਹ ਟਰਾਮਾ 'ਚ ਹੈ, ਉਹ ਗੱਲਬਾਤ ਨਹੀਂ ਕਰ ਪਾ ਰਹੀ। ਬਹੁਤ ਸਾਰੀਆਂ ਉਹਦੇ ਜਿਹੜੇ ਨਾਲ ਸੀਗੀਆਂ ਉਹਨਾਂ ਨੇ ਇਹ ਗੱਲਾਂ ਦੱਸੀਆਂ, ਸਾਹਮਣੇ ਵੀ ਆ ਰਹੀਆਂ। ਪਰ ਹੁਣ ਦੇਖੋ ਕਿ ਅਸੀਂ ਝਗੜਾ ਕੀ ਹੈ, ਇੱਕ ਸਮੁਦਾਇ ਕਹਿੰਦਾ ਜੀ ਇਹ ਪਹਾੜ ਸਾਡਾ, ਇੱਕ ਸਮੁਦਾਇ ਕਹਿੰਦਾ ਆਹ ਏਰੀਆ ਸਾਡਾ। ਉਹ ਭਾਈ ਤੁਹਾਡਾ ਹੀ ਨੇ, ਤੁਸੀਂ ਰਹਿਣਾ ਉੱਥੇ, ਵੀ ਤੁਸੀਂ ਇੱਕ ਦੂਜੇ ਨੂੰ ਰਹਿਣ ਦਿਓ। ਸੈਂਤ ਕਦੀਰ ਕੇ ਜੀ ਮਣੀਪੁਰ ਮਸ਼ਹੂਰ ਹੁੰਦਾ ਸੀ ਸੈਲਾਨੀਆਂ ਲਈ। ਉੱਥੇ ਇੱਕ ਪਿੰਡ ਆ ਬਹੁਤ ਸੁੰਦਰ, ਕਹਿੰਦੇ ਵੀ ਕੁਦਰਤੀ ਨਜ਼ਾਰਾ, ਉੱਥੇ ਲੋਕ ਦੇਖਣ ਜਾਂਦੇ ਸੀ। ਉੱਥੇ ਤੇ ਹੁਣ ਆਪ ਛੱਡ ਭੱਜ ਗਏ ਵੀ ਕਦੀ ਸ਼ਾਂਤੀ ਨਾਲ ਲੋਕਾਂ ਨੂੰ ਰਹਿਣ ਦਿਓਗੇ ਕਿ ਨਹੀਂ? ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਉਕਸਾਉਂਦੇ ਨੇ? ਕਿਹੜੇ ਲੋਕ ਨੇ ਜਿਹੜੇ ਇਹ ਕੰਮ ਇਹਨਾਂ ਕੋ ਕਰਵਾਉਂਦੇ ਨੇ? ਦੇਖੋ ਕੋਈ ਬੰਦਾ ਇੰਨਾ ਵਹਿਸ਼ੀ, ਇੰਨਾ ਦਰਿੰਦਾ ਉਦੋਂ ਬਣ ਸਕਦਾ ਜਦੋਂ ਦਾ ਬ੍ਰੇਨ ਵਾਸ਼ ਕਰ ਦਿੱਤਾ ਜਾਏ। ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਵੇ ਤੇ ਸਾਰਾ ਦੇਸ਼ ਕੈਂਡਲ ਮਾਰਚ ਵੀ ਲਾਈ ਜਾਵੇ। ਕੋਈ ਕਹਿੰਦਾ ਮੇਰੀ ਫੋਟੋ ਹੋ ਕੇ ਆ ਜੇ, ਕੋਈ ਪੈਂਟ ਚੁੱਕ ਕੇ ਫੋਟੋ ਖਿਚਾਉਣ ਚੱਲ ਜਾਂਦਾ। ਲਾਹਨਤ ਹੈ ਯਾਰ ਇਸ ਲੋਕਾਂ ਦੀ, ਲਾਹਨਤ ਹੈ ਜੇ ਲੀਡਰਾਂ ਦੇ ਉੱਤੇ। ਇਹ ਦੇਸ਼ 'ਚ ਰਹਿੰਦੇ ਆ, ਸਾਨੂੰ ਸ਼ਰਮ ਆਉਂਦੀ ਆ ਹੁਣ ਵੀ ਅਸੀਂ ਇਸ ਦੇਸ਼ 'ਚ ਰਹਿੰਦੇ ਆ, ਤੇ ਇਹੋ ਜਿਹੇ ਪ੍ਰਧਾਨ ਮੰਤਰੀ, ਮੋਦੀ ਹੋਗਾ ਪ੍ਰਧਾਨ ਮੰਤਰੀ ਉਹਦੇ ਇਹੋ ਜਿਹੀ ਮਾੜੀ ਘਟਨਾ ਹੋ ਜੇ ਤੇ ਉੱਥੇ ਕਾਰਵਾਈ ਕੋਈ ਨਾ ਕੀਤੀ ਜਾਵੇ, ਬਰਖਾਸਤ ਕਰ ਦੇਣਾ ਚਾਹੀਦਾ ਉੱਥੋਂ ਦੇ। ਸਰਕਾਰ ਬਰਖਾਸਤ ਹੋਣੀ ਚਾਹੀਦੀ ਉੱਥੋਂ ਦੀ। ਇਹਨਾਂ ਨੇ ਤਾਂ ਵੇਖਣ ਕੀ ਡੇ ਆ ਵੀ ਉੱਥੇ ਅੱਗ ਲੱਗ ਕੇ ਤੇ ਬੰਦਾ ਹੋਰ 500-700 ਮਾਰੀ ਹਾਰ ਮਰ ਜੇ। ਦੇਖੋ 160 ਤੋਂ ਵੱਧ ਬੰਦੇ ਮਰ ਚੁੱਕੇ ਨੇ। ਕਈ ਇਮਾਰਤਾਂ ਨੂੰ ਕਾਰੋਬਾਰ ਲੁੱਟਾਂ ਖੋਹਾਂ ਵੱਖਰੀਆਂ ਹੋਈਆਂ, ਕਾਰੋਬਾਰ ਤੱਕ ਲੁੱਟ ਕੇ ਲੈ ਗਏ। ਤੇ ਜਿਹੜਾ ਬੰਦੇ ਦਾ ਰਕੇਸ਼ ਜੀ ਇੱਕ ਵਾਰੀ ਘਰ ਸੜ ਜਾਂਦਾ ਜਾਂ ਤਬਾਹ ਹੋ ਜਾਂਦਾ, ਉਹ ਦੁਬਾਰਾ ਉਸ ਬੰਦੇ ਨੂੰ ਕਿਸ ਤਰ੍ਹਾਂ ਘਰ ਬਣਾਉਣ ਨੂੰ ਸਮੇਂ ਲੱਗਦਾ, ਇਹ ਉਹੀ ਬੰਦਾ ਜਾਣਦਾ ਹੈ। ਹੁਣ ਮੁਫਤਖੋਰੀ, ਵੋਟ ਬੈਂਕ ਦੀ ਰਾਜਨੀਤੀ ਤੋਂ ਬਾਹਰ ਆਓ। 75 ਸਾਲਾਂ 'ਚ ਲੋਕਾਂ ਨੂੰ ਗਲੀਆਂ ਤੇ ਨਾਲੀਆਂ 'ਚੋਂ ਨਹੀਂ ਬਾਹਰ ਨਿਕਲ ਦਿੱਤਾ ਲੀਡਰਾਂ ਨੇ, ਤੇ ਲੁੱਟ ਕੇ ਹਾਈ ਕੋਰਟ ਦੀ ਟਿੱਪਣੀ ਸੀ ਕੱਲ ਚਰਚਾ ਕੀਤੀ ਸੀਗੀ। ਉਹਨਾਂ ਕਿਹਾ ਵੀ ਕਨੈਕਸਸ ਆ ਨੇਤਾਵਾਂ ਦਾ,
ਅਫਸਰਾਂ ਦਾ ਤੇ ਕ੍ਰਿਮੀਨਲਸ ਦਾ ਜਿਹੜੇ ਦੇਸ਼ ਨੂੰ ਬਿਲਕੁਲ, ਖੋਖਲਾ ਕਰ ਰਹੇ ਆ। 100% ਠੀਕ ਲੋਕਾਂ ਹੈ। ਨੂੰ ਵੀ ਕਹੀਦਾ ਵੀ ਜਾਗਰੂਕ ਹੋਵੋ, ਸਾਡਾ ਕੰਮ ਹੈ ਦੇਖੋ ਕਹਿਣਾ, ਤੇ ਤੁਸੀਂ ਬਾਕੀ ਤੇ ਦੇਖੋ ਜੀ, ਨੈਕਸਸ ਨਹੀਂ ਟੁੱਟ ਸਕਦਾ, ਰਕਤ ਬੀਜ ਜਿੰਨੇ ਚਿਰ ਤੱਕ ਨਹੀਂ ਫੜੇ ਜਾਂਦੇ, ਨੈਕਸਸ ਨਹੀਂ ਟੁੱਟ ਸਕਦਾ। ਜਿਹੜਾ ਬੰਦਾ ਰਿਸ਼ਵਤ ਲੈਂਦਾ ਫੜਿਆ ਜਾਵੇ, ਉਹਨੂੰ ਪਬਲਿਕ ਡੀਲਿੰਗ ਦੀ ਪੋਸਟ ਤੇ ਨਾ ਲਾਓ, ਨਾ ਲਾਓ, ਨਾ ਲਾਓ। ਪਤਾ ਨਹੀਂ ਸਰਕਾਰ ਦੇ ਕੰਦੇ ਜਿਉਂ ਨਹੀਂ ਵਰਦੀ, ਲੀਡਰਾਂ ਦੀ ਜੇਬ ਚੋਂ ਪੈਸੇ ਪਾਉਂਦੇ ਆ ਕਿ ਉਹਨਾਂ ਟੱਗੀ ਮਾਰੀ ਬੜੀ ਹੁੰਦੀ ਆ, ਮੁੜ ਆ ਕੇ ਚੰਗੀਆਂ ਥਾਵਾਂ ਤੇ ਚੰਗੀਆਂ ਸੀਟਾਂ ਤੇ ਲੱਗਦੇ ਆ ਤੇ ਆ ਕੇ ਚੋੜੇ ਹੋ ਕੇ ਬਹਿੰਦੇ ਆ ਵੀ ਸਾਨੂੰ ਤੇ ਸਰਕਾਰ ਕੁਝ ਨਹੀਂ ਕਹਿੰਦੀ। ਗੁਰਗੇ ਜੀ, ਅਸੀਂ ਤੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਤੇ ਤਮਾਮ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਹੱਥੇ ਦੇਸ਼ ਦੀ ਬਾਗਡੋਰ ਹੈ। ਔਰ ਰੱਬ ਦਾ ਵਾਸਤਾ ਜੀ, ਅੰਗਰੇਜ਼ਾਂ ਦੇ ਕਾਨੂੰਨ ਬਣਾਏ ਬੰਦ ਕਰੋ, ਨਵੇਂ ਕਾਨੂੰਨ ਬਣਾਓ। ਉਦੋਂ ਆਜ਼ਾਦ ਭਾਰਤ ਦੀ ਤਸਵੀਰ ਦੀ ਹਾਲਤ ਹੋਰ ਸੀ। ਅੱਜ 75 ਸਾਲਾਂ ਬਾਅਦ ਲੋਕ ਕੁਝ ਹੋਰ ਸੋਚਦੇ ਨੇ। ਟੈਕਨੋਲੋਜੀ ਕਿੱਥੇ ਚੱਲ ਗਈ ਹੈ। ਅਸੀਂ ਚੰਦ ਤੇ ਆਪਣਾ ਯਾਨ ਭੇਜ ਦਿੱਤਾ ਹੈ, ਗੱਲਾਂ ਕਰਨ ਦੇ ਵੀ ਹੋਰ ਉੱਥੇ ਅਸੀਂ ਕੰਮ ਕਰਾਂਗੇ। ਰਾਕਟ ਕਿੱਥੇ ਕਿੱਥੇ ਜਾ ਰਹੇ ਨੇ। ਇਸ ਕਰਕੇ ਬੇਨਤੀ ਜੇ ਵੀ ਜਿਹੜੇ ਟੈਂਟਡ ਲੋਕ ਨੇ, ਜਿਹੜੇ ਲੋਕ ਭ੍ਰਸ਼ਟ ਲੋਕ ਨੇ, ਜਿਹੜੇ ਜ਼ਿੰਮੇਦਾਰ ਲੋਕ ਨੇ, ਜਿਹੜੇ ਦੇਸ਼ ਨੂੰ ਖਾ ਰਹੇ ਨੇ, ਜਿਹੜੇ ਚੌਂਕਾ ਬਣ ਕੇ ਚਮੜੇ ਹੋਏ ਨੇ, ਉਹਨਾਂ ਤੇ ਕਾਰਵਾਈ ਕਰੋ ਰੱਬ ਦਾ ਵਾਸਤਾ ਹੈ। ਨਹੀਂ ਤੇ ਜਿਹਦੇ ਕੋਲ ਪੈਸੇ ਹੈ ਉਹ ਬਾਹਰ ਚਲੇ ਜਾਣਗੇ। ਜੀ ਤੁਸੀਂ ਬਿਲਕੁਲ ਗੱਲ ਠੀਕ ਕਹੀ ਵੀ ਦੁਬਈ 'ਚ ਕਿਉਂ ਨਹੀਂ ਹੁੰਦਾ ਕ੍ਰਾਈਮ, ਕਿਉਂਕਿ ਉਹਨਾਂ ਨੂੰ ਪਤਾ ਦੇਖੋ ਪੁਲਿਸ ਨਹੀਂ ਦੇਖਦੀ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਗੋਲੀ ਮਾਰ ਦੇਣੀ ਹੈ ਤੇ ਇੱਥੇ ਟ੍ਰਾਇਲ ਚੱਲਣਾ, ਕੋਰਟ 'ਚ ਜਾਣਾ, ਕੋਰਟ 'ਚ ਸੁਣਵਾਈ, ਮਾਫੀਆ ਨੂੰ ਜੀ ਕਈ ਗੱਲਾਂ ਕਈ ਵਾਰੀ ਗੱਲਾਂ ਕਰਦੇ ਆ ਵੀ ਕਾਰਪੋਰੇਸ਼ਨ 'ਚ ਇੰਪਰੂਵਮੈਂਟ ਟਰਸਟ 'ਚ ਨੱਕੋ ਨੱਕ ਭ੍ਰਸ਼ਟਾਚਾਰ ਬਣਿਆ। ਬਿਲਕੁਲ ਹੋਇਆ, ਕਦੀ ਹੋਇਆ ਕੁਝ ਕਿਸੇ ਤੇ ਕਾਰਵਾਈ ਨਾ, ਕਿਸੇ ਤੇ ਕੋਈ ਕਾਰਵਾਈ ਨਹੀਂ, ਸੋ ਕਿਸੇ ਨੂੰ ਸਜ਼ਾ ਨਹੀਂ ਹੁੰਦੀ। ਕਿ ਜੀ ਉਹਦਾ ਜਿੰਦਾ ਜਾਗਦਾ ਉਦਾਹਰਨ ਤੁਸੀਂ ਵੇਖੋ, ਮੋਹਾਲੀ ਦੇ ਵਿੱਚ ਗਮਾਡਾ ਦੇਖੋ, ਇੱਕ ਪਾਸੇ ਕਿਤਨਾ ਜ਼ਮੀਨ ਅਕਵਾਇਰ ਕਰਨੀ ਹੁੰਦੀ ਹੈ, ਪਤਾ ਲੱਗ ਜਾਂਦਾ ਅਫਸਰਾਂ ਨੂੰ ਤੇ ਲੀਡਰਾਂ ਨੂੰ, ਇਹਨਾਂ ਦੀਆਂ ਤੇ ਬਾਂਛਾਂ ਖੁੱਲ ਜਾਂਦੀਆਂ ਵੀ ਹੁਣ ਤੇ 200 ਏਕੜ ਤੇ ਆਪਾਂ ਜ਼ਮੀਨ ਅਕਵਾਇਰ ਕਰਨੀ ਤੇ ਮਾਲਾ ਮਾਲ ਹੋ ਜਾਗੇ। ਤੇ ਹੋ ਵੀ ਗਏ, ਅਮਰੂਦਾਂ ਦੇ ਬਾਗ ਲਾ ਤੇ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਵੀ ਉੱਥੇ 150 ਬੂਟਾ ਲੱਗ ਸਕਦਾ ਜਾਂ 200 ਲੱਗ ਸਕਦਾ। ਇਹਨਾਂ 5-5000 ਬੂਟੇ ਲਾ ਕੇ ਮੁਆਵਜ਼ਾ ਲਿਆ। ਤੇ ਹੁਣ ਗਏ ਜੀ ਇੱਕ ਕਹਿੰਦੇ PCS ਅਧਿਕਾਰੀ ਫੜ ਲਿਆ ਤੇ ਪਰ ਕਹਿੰਦੇ 16-17 ਬੰਦੇ ਪਹਿਲੇ ਵੀ ਫੜੇ ਜਾ ਚੁੱਕੇ ਨੇ, ਅਫਸਰ 2 ਪਟਵਾਰੀ ਸਾਹਿਬ ਵੀ ਫੜੇ ਜਾ ਚੁੱਕੇ ਨੇ, ਪਰ ਉਹਨਾਂ IAS ਅਫਸਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਦੀਆਂ ਪਤਨੀਆਂ ਨੇ ਮੁਆਵਜ਼ਾ ਲਿਆ। ਵੀ ਕੀ ਭਗਵੰਤ ਮਾਨ ਸਰਕਾਰ ਡਰ ਗਈ ਹੈ ਵੀ ਤੁਸੀਂ ਜਾਂ ਤੇ ਫਿਰ ਗਲਤ ਕਾਨੂੰਨ ਅਲੱਗ-ਅਲੱਗ ਕਿਉਂ, ਇੱਕੋ ਹੀ ਕਾਨੂੰਨ, ਇੱਕੋ ਹੀ ਅਪਰਾਧ ਹੋਇਆ, ਬਾਕੀਆਂ ਨੂੰ ਤੁਸੀਂ ਫੜੀ ਜਾਂਦੇ ਹੋ। ਇਹ ਕੀ ਹਰਕੇ ਜੀ ਮਾਮਲਾ? ਬਿਲਕੁਲ, ਤੁਹਾਨੂੰ ਪਤਾ ਵੀ ਗਮਾਡਾ ਨੇ ਜ਼ਮੀਨ ਅਕਵਾਇਰ ਕਰਨੀ ਸੀ ਮੁਹਾਲੀ ਦੇ ਵਿੱਚ, ਬਾਕਰਪੁਰ ਦੇ ਵਿੱਚ, ਤੇ ਜਦੋਂ ਜ਼ਮੀਨ ਅਕਵਾਇਰ ਕਰਨੀ ਤੇ ਲੋਕਾਂ ਨੂੰ ਪਤਾ ਲੱਗ ਗਿਆ, ਅਫਸਰਾਂ ਨੂੰ ਪਤਾ ਸੀ ਪਹਿਲੇ ਉਹਨਾਂ ਨੇ ਕਈਆਂ ਜ਼ਮੀਨ ਮਾਲਕਾਂ ਕੋ ਉਹ ਪੱਡੇ ਲਿਖਾ ਲਏ, ਕਈਆਂ ਕੋ ਬਿਆਨੇ ਲਿਖਾ ਲਏ ਤੇ ਫਰਜ਼ੀ ਅਮਰੂਦਾਂ ਦੇ ਬਾਗ ਲੈ ਗਏ ਤੇ 124 ਕਰੋੜ ਰੁਪਏ ਦਾ ਮੁਆਵਜ਼ਾ ਲੈ ਲਿਆ, ਜਿਸ 'ਚ 2 IAS ਦੀਆਂ ਅਧਿਕਾਰੀਆਂ ਵੀ ਪਤਨੀਆਂ, ਉਹਨਾਂ ਦੀਆਂ ਪਤਨੀਆਂ ਹੀ। ਕਈ ਉਹ ਬੰਦਿਆਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਨ੍ਹਾਂ ਦੇ ਨਾਂ ਹੀ ਨਹੀਂ ਹੈਗੇ ਜ਼ਮੀਨ, ਅਯੋਗ ਵਿਅਕਤੀਆਂ ਨੂੰ ਦਿੱਤਾ ਗਿਆ। ਇਸ ਸੰਬੰਧ ਵਿੱਚ ਵੀ ਗ੍ਰਿਫਤਾਰੀ ਕੱਲ ਹੋਈ ਆ। ਲੈਂਡ ਐਕੁਆਜੀਸ਼ਨ ਅਫਸਰ ਹੈਗੇ ਉਸ ਵੇਲੇ ਦੇ ਗਮਾਡਾ ਦੇ ਜਗਦੀਸ਼ ਸਿੰਘ ਜੋਲ, ਇਹ ਰਿਟਾਇਰ ਹੋ ਚੁੱਕੇ ਅੱਜ ਰਿਟਾਇਰ ਹੋ ਗਏ ਆ। ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ ਨੇ ਮੁਆਵਜ਼ੇ ਵੰਡੇ ਸੀ। ਇਹਨਾਂ ਦੇ ਰੋਪ ਆ ਵੀ ਫਰਜ਼ੀ ਤਰੀਕੇ ਨਾਲ 124 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਇਹਨਾਂ ਨੇ ਦਿੱਤੀ। ਉਹ ਜਦੋਂ 2 ਕੇਜੀ ਪਟਵਾਰੀ ਸਾਹਿਬ ਫੜੇ ਜਾਂਦੇ ਨਾ, ਉਹ ਦੱਸਦੇ ਨਾਲ ਉਹ ਦੱਸਦੇ ਨਾ ਕੰਮ ਦੇ ਨਾਲ ਹੈਗਾ ਸੀ ਕਿ ਅਮਰੂਦਾਂ ਦੇ ਬਗੀਚਿਆਂ ਦਾ ਨਿਰੀਖਣ ਖੁਦ ਕਰਨਾ, ਮੌਕਾ ਜਾ ਕੇ ਵੇਖਣਾ ਵੀ ਹੈਗੇ ਵੀ ਆ ਕਿਤੇ ਨਹੀਂ ਹੈਗੇ ਕਿ ਕਿੰਨੇ ਲੱਗੇ ਆ। ਫਿਰ ਇਹਨਾਂ ਨੇ ਵੇਖਣਾ ਵੀ ਵ੍ਰਿਕਸ਼ਾਂ ਦੀ ਜਿਹੜੀ ਉਮਰ ਆ ਕਿੰਨੀ ਹੈਗੀ ਆ, ਉਹਦੇ ਵਾਸਤੇ ਗਰਦਾਰ ਦੀ ਰਿਕਾਰਡ ਵੀ ਚੈੱਕ ਕਰਾਉਣਾ ਸੀ, GIS ਡਰੋਨ ਮੈਪਿੰਗ ਸਰਵੇਖਣ ਕਰਾਉਣਾ ਸੀ ਤੇ ਇਲਾਕੇ ਦੀ ਵੀਡੀਓਗ੍ਰਾਫੀ ਖੁਦ ਆਪਣੀ ਨਿਗਰਾਨੀ ਕਰਾਣੀ, ਪਰ ਇਹਨਾਂ ਕੁਝ ਵੀ ਨਹੀਂ ਕੀਤਾ। ਨਿਗਰਾਨੀ ਕੀਤੀ ਪੂਰੀ ਰਕੇਸ਼ ਜੀ, ਕਿਉਂ ਨਹੀਂ ਨਿਗਰਾਨੀ ਕੀਤੀ? 125 ਕਰੋੜ ਵੰਡਦਾ। ਦੋ ਫੜੇ ਸੁਰਿੰਦਰਪਾਲ ਸਿੰਘ ਤੇ ਸੁਰਿੰਦਰਪਾਲ, ਉਹਨਾਂ ਕਿਹਾ ਵੀ ਜਦੋਂ ਆ ਪੈਸੇ ਵੰਡਣ ਦੀ ਰਿਪੋਰਟ ਸਾਡੇ ਕੋਲ ਆਈ ਨਾ, ਬੰਦੇ ਇਹਨਾਂ ਨੂੰ ਦੇਣੇ ਆ ਤੇ ਅਸੀਂ ਰਿਪੋਰਟ ਤੇ ਸ਼ੰਕਾ ਵਿਅਕਤੀ ਨਾ ਕਰਤੀ ਸਾਈਨ ਕਰਨ ਤੋਂ, ਕਿਉਂਕਿ ਰੈਵਨਿਊ ਰਿਕਾਰਡ ਨਾ ਆਉਂਦਾ ਤੇ ਮਾਲਕੀ ਮਿਲਦੀ ਨਹੀਂ, ਅਸਲ ਮਾਲਕ ਹੋਰ ਹੀ, ਇਹ ਬੰਦੇ ਹੋਰ ਹੀ, ਆਦੇ ਨਾ ਕਰਤੀ। ਤੇ ਜਿਹੜੇ PCS ਜੋਲ ਹੀ, ਇਹਨਾਂ ਨੇ LAC ਸੀ, ਉਹਨਾਂ ਨੇ ਪ੍ਰੈਸ਼ਰ ਪਾ ਕੇ ਆਂਦੇ ਸਾਡੇ ਕੋਲ ਸਾਈਨ ਕਰਾਏ, ਸਾਈਨ ਕਰਾ ਕੇ ਤੇ ਫਿਰ ਮੁਆਵਜ਼ਾ ਦਵਾਤਾ 124 ਕਰੋੜ ਰੁਪਏ। ਹੁਣ ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ 1 ਜੂਨ 2021 ਨੂੰ ਇੱਕ ਪਰਫਾਰਮਾ ਤਿਆਰ ਕੀਤਾ ਗਿਆ ਸੀ, ਜਿਹਦੇ ਆਧਾਰ ਤੇ ਲੋਕਾਂ ਨੂੰ ਪੈਸੇ ਵੰਡਣੇ, ਮੁਆਵਜ਼ਾ ਦੇਣਾ ਸੀ। ਲੇਕਿਨ ਇਸ ਪਰਫਾਰਮੇ ਨੂੰ ਇਹਨਾਂ ਨੇ ਨਜ਼ਰਅੰਦਾਜ਼ ਕਰਤਾ ਤੇ ਜਿਨ੍ਹਾਂ ਬੰਦੇ ਆਰੋਪੀ PCS ਅਧਿਕਾਰੀ ਨੇ, ਜਿਨ੍ਹਾਂ ਨੂੰ ਦੇਤਾ, ਜਿਨ੍ਹਾਂ ਦੇ ਨਾਲ ਜ਼ਮੀਨ ਨਹੀਂ ਸੀ, ਉਹਨਾਂ 'ਚ ਹੈਗੀ ਸੀ ਨਿਸ਼ਾ ਗਰਗ, ਸ਼ੁਭਮ ਵਰਮਾ, ਬਿੰਦਰ ਸਿੰਘ, ਨੀਲਮ ਬਾਂਸਲ, ਕਿਰਨ ਬਾਂਸਲ, ਬਿਮਲਾ
ਮਿੱਤਲ, ਚੇਸਟਾ, ਸੰਤੋਸ਼ ਕੁਮਾਰੀ, ਚੰਚਲ ਕੁਮਾਰ, ਅਨਿਲ ਕੁਮਾਰ ਬਤਲਾ, ਸੁਸ਼ੀਲ ਕੁਮਾਰ ਬਤਲਾ, ਇਦਾਂ ਤੇ ਹੋਰ ਕੁਛ ਹੀ ਜਿਨ੍ਹਾਂ ਦਾ ਰੈਵਨਿਊ ਰਿਕਾਰਡ ਵਿੱਚ ਨਾਂ ਹੀ ਨਹੀਂ ਹੈਗਾ, ਜ਼ਮੀਨ ਦੇ ਮਾਲਕ ਨਹੀਂ ਹੈਗੇ, ਉਹਨਾਂ ਨੂੰ ਪੈਸੇ ਦੇਤੇ ਕੁਝ ਕਰਕੇ ਤੇ ਫਿਰ ਆਪਣੀ ਜੇਬ ਵੀ ਤੇ ਗਰਮ ਕੀਤੀ ਹੋਊਗੀ ਨਾ ਜੀ। ਵੇਖੋ ਇਹਦੇ ਵਿੱਚ ਥੋੜਾ ਹੁੰਦੀ ਹੈ ਤਾਂ ਰਕੇਸ਼ ਜੀ ਪਟਵਾਰੀ ਸਾਹਿਬ ਅੰਦਰ ਚਲ ਗਏ, ਇੱਕ ਮੇਰੇ ਖਿਆਲ ਹਾਰਟੀਕਲਚਰ ਡਿਪਾਰਟਮੈਂਟ ਦੀ ਜਿਹੜੀ ਅਧਿਕਾਰੀ ਹੈ ਉਹਦੇ ਚਲ ਗਈ, ਵਿਸ਼ਾਲੀ ਉਹਦਾ ਨਾਂ ਹੈ, ਇੱਕ ਵੀ ਨਹੀਂ ਗਰਦਾਰੀ ਹੋ ਗਈ ਤੁਹਾਨੂੰ ਦੱਸਿਆ ਤੇ ਆਈਐਸ ਦੀਆਂ ਪਤਨੀਆਂ ਨੂੰ ਕੋਈ ਨਹੀਂ ਪੁੱਛਣ ਦਾ, ਆਈਐਸ ਦੇ ਅਧਿਕਾਰੀ ਦੀ ਜਿਹੜੀ ਪਤਨੀ ਆ ਉਹਨੇ ਕਹਿ ਦਿੱਤਾ ਮੈਂ ਪੈਸੇ ਮੋੜਨ ਨੂੰ ਤਿਆਰ ਆ ਤੇ ਇਹਦੇ ਨਾਲ ਕ੍ਰਾਈਮ ਕਰ ਗਏ ਆ, ਉਹ ਬੋਲਦੇ ਕੁਝ ਨਹੀਂ, ਪਹਿਲਾਂ ਉਹਨਾਂ ਨੋਟਿਸ ਦਿੱਤੇ ਬੜਿਆਂ ਨੂੰ। ਚਲੋ ਗੱਲ ਹੈ ਕਿ ਨਾਂ ਲੈਂਦੇ, ਹੁਣ ਤੁਸੀਂ ਇਹ ਨਾ ਕੰਮ ਕਰੋ, ਜਦੋਂ ਨਾਂ ਲੈਂਦੇ ਸਾਰਾ ਕੁਝ ਤਾਂ ਤੁਹਾਡੇ ਕੋਲ ਹੈ। ਵੇਖੋ ਰਕੇਸ਼ ਜੀ ਸਵਾਲ ਇਹ ਹੈ ਕਿ ਵੇਖੋ ਇਹਨਾਂ ਨੇ ਇਹਨੂੰ ਕਿਸ ਤਰ੍ਹਾਂ ਵੀਡੀਓਗ੍ਰਾਫੀ ਇਹਨਾਂ ਨੇ ਕਰਾਉਣੀ ਸੀ, ਪਰ ਵੇਖੋ ਇਹਨਾਂ ਨੇ ਦੱਸਿਆ ਲੋਕਾਂ ਨੂੰ, ਪਹਿਲੇ ਪਿੰਡ 'ਚ ਕਹਿਤਾ ਵੀ ਚੀਤਾ ਆ ਗਿਆ ਇੱਥੇ, ਪੀਛੇ ਲਾਤੇ ਤੇ ਕਿਉਂਕਿ ਇਹਨਾਂ ਨੂੰ ਪਤਾ ਵੀ ਮੁੜ ਕੇ ਪਤਾ ਲੱਗ ਜਾਣਾ ਸਾਡਾ, ਤੇ ਪਿੰਡਾਂ ਭੋਲੇ ਭਾਲੇ ਕਿਸਾਨ ਹੁੰਦੇ ਵਿਚਾਰੇ, ਉਹ ਅਗਲੇ ਨੂੰ 50,000 ਮਿਲ ਗਿਆ, ਇਹ ਆਪ 5-5 ਲੱਖ ਲੈ ਕੇ ਗਾਂ ਗਏ, ਕਿੰਨੇ ਕਰੋੜਾਂ ਰੁਪਏ ਖਾ ਗਏ। ਦੇਖੋ ਇਹ ਸਾਡਾ ਭਾਰਤ ਦੇਸ਼ ਜਿਹੜਾ ਨਾ ਰਕੇਸ਼ ਜੀ ਬਾਕੀ ਸੋਨੇ ਦੀ ਚਿੜੀਆ, ਪਰ ਇਹ ਜਿਹੜੇ ਜੰਗ ਜਿਹੜਾ ਜੋਕਾਂ ਲੱਗ ਗਈਆਂ ਨਾ, ਉਹ ਰਕਤ ਬੀਜ ਉਹ ਹਟਦੀਆਂ ਨਹੀਂ, ਰਕਤ ਬੀਜ ਨੇ ਰਹੂ ਪੀਣਾ ਰਕੇਸ਼ ਜੀ। ਸਾਬਕਾ ਫਾਈਨਾਂਸ ਮਿਨਿਸਟਰ ਦੇਖੋ ਕਦੀ ਅਕਾਲੀ ਦਲ 'ਚ ਹੁੰਦੇ ਸੀ, ਉਦੋਂ ਹੀ ਕਹਿੰਦੇ ਵੀ ਖਜ਼ਾਨਾ ਖਾਲੀ, ਫਿਰ ਇਹਨਾਂ ਨੇ ਆਪਣੀ ਪਾਰਟੀ ਬਣਾ ਲਈ ਕਿ PPP ਪਾਰਟੀ, ਦੇਖੋ ਬੜੀ ਮਿਹਨਤ ਕੀਤੀ ਪਰ ਵਿਚਾਰਿਆਂ ਦੇ ਹੱਥੋਂ ਤਾਂ ਕੁੱਖ ਨਹੀਂ ਲੱਗਾ ਸੀ। ਮਾਨ ਸਾਹਿਬ ਵੀ ਉਦੋਂ ਇਹਨਾਂ ਦੀ ਪਾਰਟੀ 'ਚ ਸ਼ਾਮਿਲ ਹੋਏ ਸੀ, ਹੁਣ ਤਾਂ ਕੱਲ੍ਹ CM ਨੇ, ਤੇ ਹੁਣ ਕਾਂਗਰਸ 'ਚ ਵੀ ਆ ਗਏ ਸੀਗੇ, ਤੇ ਫਿਰ ਕਾਂਗਰਸ ਦੀ ਸਰਕਾਰ ਗਈ, BJP 'ਚ ਚੱਲ ਗਏ। ਹੁਣ ਵਿਜੀਲੈਂਸ ਨੇ ਕਿਹਾ ਭੇਜਤਾ ਨੋਟਿਸ, ਤੇ ਕਹਿੰਦੇ ਵੀ ਪੇਸ਼ ਹੋਵੋ, ਤੇ ਨਾਲ ਕਿਹਾ ਵੀ ਸਾਰਾ ਰਿਕਾਰਡ ਲੈ ਕੇ ਨਾਲ ਆਇਓ। ਇਹਨਾਂ ਤੇ ਆਰੋਪ ਹੈ ਕੋਈ ਪੁੱਡਾ ਦੀ ਜ਼ਮੀਨ ਕਹਿੰਦੇ ਵੀ ਸਸਤੇ ਦਾਮਾਂ ਤੇ ਵੇਚਤੀ। ਤੇ ਕਹੇ ਜੀ ਇਹ ਵੀ ਬੜਾ ਰੌਲਾ ਪਿਆ ਸੀ ਉਦੋਂ, ਤੁਹਾਨੂੰ ਯਾਦ ਹੋਣਾ, ਇੱਕ ਰਿਫਾਈਨਰੀ ਦੇ ਬਾਅਦ ਇੱਕ ਟੈਂਟ ਲਾ ਕੇ ਬੈਠੇ ਲੋਕ, ਇੱਕ ਖਾਸ ਤਰ੍ਹਾਂ ਦਾ ਟੈਕਸ ਵਸੂਲਿਆ ਜਾਂਦਾ ਸ਼ਾਇਦ, ਉਹਦਾ ਜੋ ਟੈਕਸ ਮੁੜ ਕੇ ਨਾਲ ਲਗਾਇਆ ਹੀ, ਉਹ ਕਹਿੰਦੇ ਸੀ ਮੇਰਾ ਨਾਂ ਵਰਤਿਆ ਜਾ ਰਿਹਾ, ਮੈਂ ਇਹ ਕਰ ਦੂੰ ਉਹ ਕਰ ਦੂੰ, ਪਰ ਚਲੋ ਹੁਣ ਇਹ ਕੀ ਹੈ ਪੂਰਾ ਕੀ ਮਾਮਲਾ। ਮਜ਼ੇਦਾਰ ਗੱਲ ਇਹ ਆ ਵੀ ਇਹ ਭਾਜਪਾ ਜਲ ਗਏ ਆ, ਤੇ ਇਹਨਾਂ ਦੀ ਸ਼ਿਕਾਇਤ ਵੀ ਭਾਜਪਾ ਨੇਤਾ ਤੇ ਪੂਰਵ ਵਿਧਾਇਕ ਜੀ ਸਾਬਕਾ ਵਿਧਾਇਕ ਜਿਹੜੇ ਹੈਗੇ ਸਰੂਪ ਚੰਦ ਸਿੰਗਲਾ ਨੇ ਕੀਤੀ ਆ, ਭਾਜਪਾ ਚ ਕਿ ਜੀ ਪਹਿਲੇ ਸਰੂਪ ਸਿੰਘ ਪਹਿਲਾਂ ਆਪਸ ਚ ਇਲੈਕਸ਼ਨ ਲੜਦੇ ਰਹੇ ਆ, ਫਿਰ ਸਰੂਪ ਚੰਦ ਸ਼ੁਰੂ ਤੋਂ ਰਹੇ ਆ, ਪਹਿਲੇ ਅਕਾਲੀ ਦਲ ਸੀਗੇ, ਉਹ ਛਾਲ ਮਾਰ ਕੇ ਭਾਜਪਾ ਜਾ ਗਏ, ਤੇ ਉਹਨਾਂ ਨੂੰ ਕੀ ਪਤਾ ਸੀ ਵੀ ਮੈਨੇ ਮਨਪ੍ਰੀਤ ਨੇ ਵੀ ਆ ਜਾਣਾ। 2017 ਚ ਕਹੇ ਜੀ ਇਹਨਾਂ ਨੇ ਇੱਕ ਦੂਜੇ ਸਾਹਮਣੇ ਇਲੈਕਸ਼ਨ ਲੜਿਆ ਜੀ, ਲੜਿਆ ਜੀ, ਲੜਦੇ ਉਹਨਾਂ ਨੇ ਸ਼ਿਕਾਇਤ ਕੀਤੀ ਸਭ ਤੋਂ ਪਹਿਲਾਂ ਵਿਜੀਲੈਂਸ ਚ, ਤੇ ਉਹਨਾਂ ਨੇ ਕਹੇ ਜੀ ਇੱਕ ਹੋਰ ਗੱਲ ਕਹੀ ਸੀ, ਸ਼ਿਕਾਇਤ ਤੇ ਕਾਰਵਾਈ ਆ ਜੀ, ਉਹਨੇ ਵਿਜੀਲੈਂਸ ਦੇ ਉਡਾਰਦੇ ਆ ਗਏ ਆ, ਤੇ ਸ਼ਿਕਾਇਤ ਵੀ ਭਾਜਪਾ ਨੇਤਾ ਦੀ ਆ। ਉਹਨਾਂ ਦਾ ਆਰੋਪ ਆ ਵੀ ਬਠਿੰਡਾ 'ਚ ਪੁੱਡਾ ਦੀ ਪ੍ਰਾਪਰਟੀ ਤੇ ਜਿਹੜੀ ਸ਼ਿਕਾਇਤ ਹੈਗੀ ਪ੍ਰਾਪਰਟੀ ਇਹਨਾਂ ਨੇ ਘੱਟ ਰੇਟਾਂ ਤੇ ਖਰੀਦ ਲਈ। ਉਹਨਾਂ ਕਹਿੰਦੇ ਆ ਵੀ ਮਨਪ੍ਰੀਤ ਜੋ ਵਿੱਤ ਮੰਤਰੀ ਸੀ ਨਾ, ਬਠਿੰਡਾ ਦੇ ਪਾਸ ਜਿਹੜੀ ਕਮਰਸ਼ੀਅਲ ਜ਼ਮੀਨ ਸੀ ਪੁੱਡਾ ਦੀ, ਇਹਨਾਂ ਰੈਜ਼ੀਡੈਂਸ਼ੀਅਲ ਕਰਾ ਕੇ ਘੱਟ ਰੇਟਾਂ ਤੇ ਲੈ ਲਈ ਤੇ ਆਪਣੇ ਬੰਦਿਆਂ ਨੂੰ ਦਵਾਤੀ ਜੀ। ਦੂਜਾ ਆਰੋਪ ਇਹਨਾਂ ਦਾ ਇਹ ਹੈਗਾ ਵੀ ਨਾਜ ਦੀ ਢਲਾਈ ਦੇ ਨੇ ਟੈਂਡਰ ਲੈ ਲਏ, ਗਲਤ ਬੰਦੇ ਲੈ ਗਏ। ਉਹ ਕੀਤਾ ਕਿ ਜੋ ਨਾਜ ਦੀ ਢਲਾਈ ਦੇ ਟੈਂਡਰ ਲਏ ਆਪਣੇ ਡਰਾਈਵਰ ਤੇ ਗਨਮੈਨ ਦੇ ਨਾਲ ਫਰਜ਼ੀ ਕੰਪਨੀਆਂ ਬਣਾ ਕੇ। ਵੇਖੋ ਦੋ ਆਰੋਪ ਉਹਨਾਂ ਲਾਏ ਸਰੂਪ ਚੰਦ ਸਿੰਗਲਾ ਜੀ ਨੇ, ਤੇ ਵਿਜੀਲੈਂਸ ਇਹਨਾਂ ਦੋਵਾਂ ਆਰੋਪਾਂ ਦੀ ਜਾਂਚ ਕਰ ਰਹੀ ਆ, ਤੇ ਸੱਚਾਈ ਆਪੇ ਜਾਂਚ ਸਾਹਮਣੇ ਆ ਹੀ ਜਾਣੀ ਆ। ਇਹ ਲੋਕ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੰਦੇ, ਪੀਪਾ ਮੰਤਰੀ ਘਵਾਉਂਦੇ ਸੀ, ਚੰਦ ਖਜ਼ਾਨਾ ਖਾਲੀ, ਇਹਨਾਂ ਦੇ ਕੋਈ ਰੋਣਾ ਹੁੰਦਾ ਸੀ, ਤੇ ਆਪਣਾ ਖਜ਼ਾਨਾ ਦੀ ਭਰ ਲਿਆ, ਆਪਣੇ ਬੰਦਿਆਂ ਨੂੰ ਕਮਰਸ਼ੀਅਲ ਜ਼ਮੀਨ ਦੀ ਰੈਜ਼ੀਡੈਂਸ਼ੀਅਲ ਜ਼ਮੀਨ ਤੇ ਕਰਾ ਕੇ ਦੇਤੀ, ਸਸਤੇ ਰੇਟਾਂ ਤੇ ਦਵਾਤੀ। ਰਕੇਸ਼ ਜੀ ਇਹਨਾਂ ਨੂੰ ਨਾ ਜਿਹੜਾ ਤੁਸੀਂ ਦੱਸਿਆ ਨਾ ਵੀ ਉਹ ਆਪਣੇ ਡਰਾਈਵਰ ਦੇ ਨਾਂ ਤੇ ਉਹਦੇ ਨਾਂ ਤੇ ਠੇਕੇ ਵਾਲੇ, ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵੀ ਭਾਰਤ ਭੂਸ਼ਣ ਆਸ਼ੂ ਕਿਵੇਂ ਮਾਲਕ ਮਾਰਿਆ। ਆਰੋਪ ਤੇ ਉਹਨਾਂ ਤੇ ਵੀ ਹੋਏ ਨਾ ਵੀ 2000 ਕਰੋੜ ਦਾ ਟੈਂਡਰ ਘੁਟਾਲਾ ਜਿਹੜਾ ਹੋਇਆ, ਇਹਨਾਂ ਕਿ ਮੈਂ ਵੀ ਬਹਿੰਦੀ ਗੰਗਾ 'ਚ ਹੱਥ ਧੋ ਲਾਂ। ਹੁਣ ਸੱਚਾਈ ਪਤਾ ਨਹੀਂ ਕੀ ਹੈ, ਇਹਦੇ ਵਿਜੀਲੈਂਸ ਜਾਂਚ ਕਰੂਗੀ, ਜਦੋਂ ਮਾਮਲਾ ਦਰਜ ਹੋਊਗਾ ਜਾਂ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਿਲੇਗੀ। ਇਹ ਸਾਰਾ ਕੰਮ ਅਦਾਲਤ ਨੇ ਕਰਨਾ ਹੈ। ਆਰੋਪ ਇਹਨਾਂ ਤੇ ਇਹ ਹੈ, ਤੇ ਸਰੂਪ ਚੰਦ ਸਿੰਗਲਾ ਸਾਹਿਬ ਨੇ ਇੱਥੋਂ ਤੱਕ ਕਹਿਤਾ ਵੀ ਜੇ ਕਾਰਵਾਈ ਨਹੀਂ ਕਰੋ ਹੋਈ ਨਾ ਤੇ ਮੈਂ ਤੇ ਧਰਨਾ ਵੀ ਲਾ ਦੂੰਗਾ। ਫਿਰ ਉਹਨਾਂ ਨੇ ਇਹਨਾਂ ਨੂੰ ਸ਼ਾਇਦ ਲੱਗਦਾ ਨਾ ਵੀ ਮਨਪ੍ਰੀਤ ਬਾਦਲ ਸਾਹਿਬ ਨੂੰ ਵੀ ਹੁਣ ਮੈਂ BJP ਜਾ ਗਿਆ, ਸ਼ਾਇਦ ਮੇਰੀ ਖਲਾਸੀ ਹੋ ਜਾਵੇ। ਉਹ ਸਭ ਇਸੇ ਕਰਕੇ ਹੁਣ ਵੀ ਸਿੰਗਲਾ ਮੇਰੀ ਜਾਨ ਛੱਡ ਦੇਵੇ। ਇਹਦੇ ਨਾਲ ਰੌਲਾ ਬੜਾ ਪੈਂਦਾ ਸੀ ਨਾ ਵੀ BJP ਜਿਹੜਾ ਬੰਦਾ ਚੱਲ ਜਾਂਦਾ, ਕਹਿੰਦੇ ਵੀ ਉਹਨੂੰ ਤੰਗ ਨਹੀਂ ਕਰਦੀਆਂ ਫਿਰ ਏਜੰਸੀਆਂ, ਪਰ ਲੱਗਦਾ ਨਹੀਂ ਵੀ ਮਾਨ ਸਰਕਾਰ ਵੀ ਛੱਡੇ। ਹੁਣ ਵੇਖੋ ਸੋਮਵਾਰ ਤਲਬ ਕੀਤੇ ਨੇ, ਮੇਰਾ 24 ਜੁਲਾਈ ਹੈ, ਉਸ ਦਿਨ ਇਹ ਹਿਸਾਬ ਸੂਬ ਲੈ ਕੇ ਜਾਂਦੇ ਕਿ ਵੈਸੇ ਤਾਂ ਵਿਜੀਲੈਂਸ ਦਾ ਵੀ ਬੜਾ ਕੰਮ ਹੈ। ਮੁੜ ਕੇ ਕਹਿੰਦੇ ਵੀ ਤੁਹਾਡੇ ਸਵਾਲਾਂ ਦੇ ਜਵਾਬ ਠੀਕ ਨਹੀਂ ਕਿ ਤੁਸੀਂ ਇੱਥੇ ਬਹਿ ਜਾਓ, ਭਾਵ ਹੀ ਲੈਂਦੀ ਹੁੰਦੀ ਕਈ ਵਾਰੀ ਵਿਜੀਲੈਂਸ। ਰਕੇਸ਼ ਜੀ ਨਸ਼ਾ ਬੜਾ ਵੱਡਾ ਮੁੱਦਾ ਰਿਹਾ ਪੰਜਾਬ ਦੇ ਵਿੱਚ। ਸਾਬਕਾ AIG ਰਾਜਜੀਤ ਸਿੰਘ ਹਜੇ ਤੱਕ ਫੜਿਆ ਨਹੀਂ ਗਿਆ, ਜਿਹੜੇ ਸੂਤਰਧਾਰ ਦੱਸਿਆ ਜਾ ਰਿਹਾ ਵੀ ਨਸ਼ਾ ਉਹ ਕਰ ਰਿਹਾ, ਹਾਲਾਂਕਿ ਨਸ਼ਾ ਹਜੇ ਵੀ ਬੰਦ ਨਹੀਂ ਹੋਇਆ, ਨਸ਼ਾ ਬਹੁਤ ਵਿਕ ਰਿਹਾ, ਹੈਰੋਇਨ ਡਰੋਨ ਆਉਣੇ ਬੰਦ ਨਹੀਂ ਹੋਏ। ਉੱਤੇ ਕਹਿੰਦੇ ਵੀ ਹੁਣ ਉਹਨਾਂ ਨੇ ਕਾਫੀ ਛਾਪਾਮਾਰੀ ਕੀਤੀ, ਪਰ ਰਾਜਜੀਤ ਕਹਿੰਦਾ ਵੀ ਮੈਂ ਹੱਥ ਨਹੀਂ ਆਉਣਾ। ਏਜੰਸੀਆਂ ਰਕੇਸ਼ ਜੀ ਵੀ ਫੇਲਰ ਹੈ ਸਾਰਾ ਕੁਝ, ਕੀ ਉਹ ਡਾਕੂ ਸੀ ਨਾ ਤੇ ਫੜ ਲਈ ਸੀ 8 ਕਰੋੜ ਕਿੰਨੇ ਲੱਖ ਵਾਲੀ,
ਨਾਲ ਉਹ ਬੰਦੇ ਵੀ ਫੜ ਲਏ ਤੇ ਇਹ ਨਹੀਂ ਫੜਿਆ ਜਾ ਰਿਹਾ। ਇੱਕ ਡਾਕੂ ਸੇਨਾ ਫੜ ਲਈ, ਅੰਮ੍ਰਿਤਪਾਲ ਸਿੰਘ ਫੜ ਲਿਆ। ਜਿਹਨੂੰ ਫੜਨ ਤੇ ਆਵੇ ਪੁਲਿਸ ਸਭ ਨੂੰ ਫੜ ਲੈਂਦੀ ਆ, ਵੱਡੇ ਵੱਡੇ ਗੈਂਗਸਟਰਾਂ ਨੂੰ ਫੜ ਜਾਂਦੀ ਆ। ਹੁਣ ਜਦੋਂ ਦਾ ਨਸ਼ਾ ਰਿਪੋਰਟਾਂ ਖੁੱਲੀਆਂ ਜੀ ਕੋਰਟ ਦੇ ਵਿੱਚੋਂ, ਤੇ ਸਰਕਾਰ ਨੇ ਇਹਨਾਂ ਨੂੰ ਏਆਈਜੀ ਰਾਜਜੀਤ ਨੂੰ ਬਰਖਾਸਤ ਕਰਤਾ। ਹੁਣ ਬਰਖਾਸਤ ਏਆਈਜੀ ਰਾਜਜੀਤ ਹੈ ਜੀ, ਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਇਹਨੂੰ ਨਾਮਜ਼ਦ ਕਰਤਾ ਜੀ ਇੰਦਰਜੀਤ ਦੇ ਨਾਲ, ਕਿਉਂਕਿ ਇੰਦਰਜੀਤ ਇਹਨਾਂ ਦਾ ਪਲੇਠੀ ਦਾ ਪੁੱਤ ਸੀ ਤੇ ਉਹਦੇ ਨਾਲ ਪੂਰੀ ਗੱਲਬਾਤ ਸੀ। ਜਿੱਥੇ ਜਾਂਦੇ ਸੀ ਨਾਲ ਹੀ ਲੈ ਜਾਂਦੇ ਸੀ ਉਹਨੂੰ। ਹੈਡ ਕਾਂਸਟੇਬਲ ਇਹਨੂੰ ਪ੍ਰਮੋਸ਼ਨਾਂ ਵੀ ਹੈਡ ਕਾਂਸਟੇਬਲ ਤੋਂ 3 ਸਵਾਰ ਲਾਤੇ ਸੀ। ਤੇ ਉਹਨੇ ਐਸਟੀਐਫ ਤੇ ਪਿਛਲੇ 4 ਮਹੀਨਿਆਂ ਤੋਂ ਇਹ ਰੂਹ ਪੁੱਛਿਆ ਜੀ। ਐਸਟੀਐਫ ਬੜੀ ਕੋਸ਼ਿਸ਼ ਕਰਨ ਦੀ ਕਰਤਾਰ ਕਰੀਏ, ਪਰ ਲੱਭਣ ਨਹੀਂ ਡੇ ਉਹਨਾਂ ਨੂੰ। ਐਸਟੀਐਫ ਫੇਲ ਹੋ ਗਈ ਆ ਜੀ। ਹੁਣ ਐਸਟੀਐਫ ਨੇ ਨਵੀਂ ਰਣ ਬਣਾਈ ਵੀ ਕਿਤੇ ਕਿਤੇ ਗੁਰਦੁਆਰੇ 'ਚ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਛੁਪਿਆ। ਉਹਨਾਂ ਸਿਵਲ ਦੇ ਵਿੱਚ ਬੰਦੇ ਵੀ ਕਈ ਗੁਰਦੁਆਰਿਆਂ ਬਾਹਰ ਲਾਤੇ ਆ, ਤੇ ਕਈ ਗੁਰਦੁਆਰਿਆਂ ਦੇ ਅੰਦਰ ਗਏ ਕੋਈ ਸਿਵਲ ਡਰੈਸ ਦੇ ਵਿੱਚ, ਪਰ ਉਹ ਲੱਭਿਆ ਨਹੀਂ ਜੇ ਕਿਤੇ। ਆਂਦੇ ਵੀ ਐਸਟੀਐਫ ਹੁਣ ਤੱਕ 600 ਤੋਂ ਵੱਧ ਥਾਵਾਂ ਦੇ ਉੱਤੇ ਰੇਡ ਕਰ ਚੁੱਕੀ ਆ। ਇਹ ਘਰ ਰਿਸ਼ਤੇਦਾਰਾਂ ਦੇ, ਯਾਰਾਂ ਦੋਸਤਾਂ ਦੇ, ਜਿੱਥੇ ਜਿੱਥੇ ਪੋਸਟਡ ਰਿਹਾ, ਪਰ ਇਹ ਅਜੇ ਤੱਕ ਲੱਭਿਆ ਨਹੀਂ ਜੇ। ਰੂਹ ਪੋਸ਼ ਹੈਗਾ ਤੇ ਇਹਨੇ ਉਹਨਾਂ ਦੇ ਵੀ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਵੀ ਇਹ ਲਾਤੀ, ਜ਼ਮਾਨਤ ਦੀ ਅਰਜ਼ੀ ਵੀ ਲਾਈ ਅੱਜ ਅਗਾਊਂ ਜ਼ਮਾਨਤ ਦੀ, ਤੇ ਇਸੇ ਹਫ਼ਤਿਆਂ ਦੇ ਉਹਦੀ ਸੁਣਵਾਈ ਹੋਣੀ ਆ। ਤੇ ਵੀ ਐਸਟੀਐਫ ਚਾਹੁੰਦੀ ਵੀ ਇਹਨੂੰ ਅਸੀਂ ਗ੍ਰਿਫਤਾਰ ਕਰ ਲਈਏ। ਵੇਖੋ ਹੁਣ ਪੁਲਿਸ ਦੇ ਹੱਥ ਤੇ ਬੜੇ ਨਵੇਂ ਹੁੰਦੇ, ਕਰਦੇ ਕੀ ਹੁਣ। ਨਹੀਂ ਰਕੇਸ਼ ਜੀ, ਸਵਾਲ ਤੇ ਆਂਦਾ ਵੀ ਦੇਖੋ ਨਾ, ਹਜੇ ਤੱਕ ਇਹ ਸਾਬਤ ਨਹੀਂ ਹੋਇਆ। 3 ਰਿਪੋਰਟਾਂ ਹਾਈ ਕੋਰਟ 'ਚ ਖੁੱਲ੍ਹਦੀਆਂ, ਚੌਥੀ ਦਿਨ ਨਹੀਂ ਖੁੱਲੀ। ਇਹ ਨਹੀਂ ਪਤਾ ਲੱਗ ਪਾਇਆ ਕਿ ਇਹ ਕਿਹੜੇ ਅਫਸਰ, ਕਿਹੜੇ ਲੀਡਰ ਨਾਲ ਸ਼ਾਮਲ ਸੀ ਜਿਹੜੇ ਕਿ ਇਹਦੇ ਕਹਿਣੇ ਮੰਨਦੇ ਰਹੇ। ਵੇਖੋ ਸੀਐਮ ਸਾਹਿਬ ਨੇ ਰਿਪੋਰਟ ਮੰਗੀ, ਡੀਜੀਪੀ ਸਾਹਿਬ ਰਿਪੋਰਟ ਨਹੀਂ ਦੇ ਰਹੇ, ਇੱਕ ਵਰਗੇ ਦੀ ਰਿਪੋਰਟ ਦੇ ਦਿੱਤੀ ਆ। ਮਤਲਬ ਆਪਣਿਆਂ ਨੂੰ ਬਚਾਉਂਦੇ ਆ, ਫਿਰ ਚੁੱਪ ਕਰਕੇ ਬਹਿ ਗਏ ਆ। ਫਿਰ ਡੀਜੀਪੀ ਤੁਹਾਡੇ ਆਰਡਰ ਡੀਜੀਪੀ ਆ, ਤੁਹਾਡੇ ਆਪਣੇ ਲਾਏ ਹੈਗੇ ਆ ਕਾਰਜਕਾਰੀ ਡੀਜੀਪੀ ਦੀ, ਕਈਆਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਲਾਇਆ, ਤੇ ਲਾਉਣ ਦੇ ਬਾਵਜੂਦ ਤੁਹਾਡਾ ਕਹਿਣਾ ਕਿਉਂ ਨਹੀਂ ਮੰਨਦੇ? ਕੀ ਰਹਿ ਗਈ ਤੁਹਾਡੀ? ਕੀ ਉਹ ਦਿਹਾਈ ਐਸਾ ਕਰੋ, ਆਈਪੀਐਸ ਕਰੋ, ਡਰਦੇ ਜੇ ਫਿਰ ਸਰਕਾਰ ਕਿੱਦਾਂ ਚਲਾਓਗੇ? ਕੀ ਲੀਡਰ ਹੀ ਫੜ ਅੰਦਰ ਦੇਣੇ ਆ? ਦੇਖੋ ਇਹ ਵੀ ਸਰ ਗਏ ਜੀ, ਸਭ ਤੋਂ ਵੱਡਾ ਸਵਾਲ ਹੈ ਜਿਹੜੇ ਲੀਡਰ ਹੁਣ ਅੰਦਰ ਆ, ਚਲੋ ਜਾਂ ਪਹਿਲਾਂ ਅੰਦਰ ਜਾ ਚੁੱਕੇ, ਇਹ ਕਿੰਨਾਂ ਨੂੰ, ਜਿਨ੍ਹਾਂ ਲਈ ਚੋਰੀ ਕਰਦੇ ਆ, ਜਿਨ੍ਹਾਂ ਨੂੰ ਇਹਨਾਂ ਨੇ ਫਾਇਦੇ ਦਿੱਤੇ ਹੁੰਦੇ ਆ, ਜਾਂ ਤੇ ਚਾਹੀਦਾ ਨਾ ਉਹ ਵੀ ਇਹਨਾਂ ਦੇ ਨਾਲ ਜਾਣ ਅੰਦਰ। ਹੁਣ ਉਹ ਚੁੱਪ ਬੈਠੇ ਆ, ਉਹ ਵੇਖੋ ਅੰਦਰ ਜਾਣ ਦਾ ਲੀਡਰ ਭਾਰੀ ਜਿਹੜੇ ਸਿੱਕੇ ਇਕੱਠੇ ਕਰਦੇ ਸੀ, ਉਹ ਚੁੱਪ ਆ। ਸਿੱਕਾ ਕੇ ਇੱਕ ਦਿੰਦੇ 2 ਸਿੱਕੇ ਆਪਣੇ ਕਰ ਲੈ ਜਾਂਦੇ ਸੀ। ਉਹ ਚੁੱਪ ਆ, ਉਹ ਚੁੱਪ ਕਰਕੇ ਬੈਠੇ ਮੋਜਾ ਲੈਂਦੇ ਆ, ਤੇ ਮੰਤਰੀ ਸਾਹਿਬ ਅੰਦਰ ਤੁਰੇ ਫਿਰਦੇ ਆ। ਇਸ ਕਰਕੇ ਸਭ ਜਦੋਂ ਹੁਣ ਵੇਖੋ ਕੱਲ ਸਾਬਕਾ ਸਿਹਤ ਮੰਤਰੀ ਸਾਹਿਬ, ਡਿਪਟੀ ਸੀਐਮ ਸਾਹਿਬ ਦੀ ਸਿਹਤ ਮਸਾਜ ਸੁਣਿਆ ਪਤਾ ਹੋ ਗਈ, ਤੇ ਰਾਤ ਨੂੰ ਆਉਂਦੇ ਵੀ ਸਾਡੇ ਦਾ ਪੌਣੇ 11 ਵਜੇ ਗੁਨਾਹ ਹਸਪਤਾਲ ਲਿਆ ਕੇ ਦਾਖਲ ਕਰਾਇਆ ਗਿਆ। ਆ ਦੇਖੋ ਇਹਨਾਂ ਦਾ ਜਿਹੜਾ ਹਾਰਟ ਆ 30-35% ਸਾਲਾ ਕੰਮ ਕਰਦਾ, ਸ਼ੂਗਰ ਬਹੁਤ ਜ਼ਿਆਦਾ ਹੋ ਗਈ ਸੀ, ਅਨਕੰਟਰੋਲ ਸ਼ੂਗਰ ਹੋ ਗਈ ਸੀ, ਤੇ ਪ੍ਰਮਾਤਮਾ ਮਿਹਰ ਕਰੇ। ਵੇਖੋ ਕੀ ਬਣਦਾ। ਤਰਕੇ ਜੀ, ਇੱਕ ਡੀਐਸਪੀ ਦੀ ਜਿਹੜੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਆ, ਉਹਦੀ ਵੀ ਜ਼ਮਾਨਤ ਕਹਿੰਦੇ ਤੇ ਨਹੀਂ ਹੋਈ, ਪਰ ਰਿਮਾਂਡ ਸ਼ਾਇਦ ਪੁਲਿਸ ਨੇ ਲੈ ਲਿਆ। ਵੀ ਹੁਣ ਕਿੱਥੇ ਪਹਿਲੇ ਕੀ ਮਾਮਲਾ ਹੋਇਆ ਜੀ? ਵੇਖੋ ਅਸੀਂ ਡਿਟੇਲ ਕੱਲ ਸਾਰੀ ਦੱਸ ਚੁੱਕੇ ਹਾਂ। 3.5 ਸਾਲ ਪੁਰਾਣਾ ਬਾਬਾ ਦਿਆਲ ਦਾ ਹੱਤਿਆਕਾਂਡ ਸੀ ਜੀ, ਉਹਦੀ ਜਾਂਚ ਲਈ ਬਾਬਾ ਸ਼ਿਕਾਇਤ ਕਰਦਾ ਬਾਬਾ ਗਗਨਦਾਸ ਦੀ ਸ਼ਿਕਾਇਤ ਤੇ ਜੀ ਆਈਜੀ ਪ੍ਰਦੀਪ ਯਾਦਵ ਨੇ ਦੁਬਾਰਾ ਐਸਆਈਟੀ ਬਣਾਈ ਸੀ, ਜਿਹਦੇ ਵਿੱਚ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਤੇ ਐਸਆਈ ਖੇਮਚੰਦ ਪ੍ਰਾਸ਼ਰ ਸੀ ਜੀ। ਤੇ ਸ਼ਿਕਾਇਤਕਰਤਾ ਨੇ ਰੋਪ ਲਾਇਆ ਵੀ ਇਹਨਾਂ ਨੇ ਆਈਜੀ ਦੇ ਨਾਂ ਦੇ 50 ਲੱਖ ਮੰਗਿਆ ਸੀ, 35 ਲੱਖ ਚ ਸੌਦਾ, 20 ਲੱਖਾਂ ਨੇ ਮੈਂ ਦੇਤਾ ਜੀ। ਫਿਰ ਉਹਨਾਂ ਸ਼ਿਕਾਇਤ ਕਰਤੀ, ਤੇ ਕੱਲ ਵਿਜੀਲੈਂਸ ਨੇ ਪੁੱਛਗਿੱਛ ਲਈ ਇਹਨਾਂ ਨੂੰ ਪਰਸੋਂ ਬੁਲਾਇਆ ਸੀ, ਤੇ ਉੱਥੇ ਗ੍ਰਿਫਤਾਰ ਕਰ ਲਿਆ ਡੀਐਸਪੀ ਸੁਸ਼ੀਲ ਕੁਮਾਰ ਨੂੰ, ਤੇ ਕੱਲ ਪੇਸ਼ ਕੀਤਾ ਗਿਆ ਇਹਨਾਂ ਨੂੰ ਸੀਜੀਐਮ ਦੀ ਅਦਾਲਤ 'ਚ। ਤੇ ਦੋਵਾਂ ਪੱਖਾਂ ਦੇ ਦਲੀਲਾਂ ਸੁਣਨ ਪੁਲਿਸ ਨੇ ਰਿਮਾਂਡ ਮੰਗਿਆ ਵਿਜੀਲੈਂਸ ਨੇ ਵੀ ਅਸੀਂ ਪੈਸੇ ਦੀ ਰਿਕਵਰੀ ਕਰਨੀ ਆ। 3 ਦਿਨ ਦਾ ਰਿਮਾਂਡ ਆਂਦੇ ਹੁਣ ਇਹਨਾਂ ਦਾ ਮਿਲ ਗਿਆ, ਤੇ ਬਾਕੀ 2 ਬੰਦੇ ਜੇ ਫੜਨ ਵਾਲੇ ਗਗਨੇਸ਼ ਕੁਮਾਰ ਤੇ ਖੇਮਚੰਦ, ਤੇ ਨਾਲ 2 ਹੋਰ ਆਦਮੀ ਪ੍ਰਾਈਵੇਟ ਜਿਨ੍ਹਾਂ ਨੇ ਵਿੱਚ ਬੈ ਕੇ ਸੌਦਾ ਕਰਾਇਆ ਹੈ। ਥੁਰਕੇਸ਼ ਜੀ, ਸਮਾਂ ਹੋ ਗਿਆ ਇਜਾਜ਼ਤ ਲਈਏ, ਪਰ ਜਾਣ ਤੋਂ ਪਹਿਲੇ ਇੱਕ ਵਾਰੀ ਫੇਰ ਲੋਕਾਂ ਨੂੰ ਇਹ ਸਾਡੀ ਬੇਨਤੀ ਹੈ ਕਿ ਮੁਫਤ ਖੋਰੀ ਦੇ ਚੱਕਰ 'ਚੋਂ ਬਾਹਰ ਨਿਕਲੋ। ਇਹਨਾਂ ਨੇ ਆਪਣੀਆਂ ਸੁਵਿਧਾਵਾਂ ਲੈਣ ਵਾਸਤੇ ਹੀ ਤੁਹਾਨੂੰ ਇਹ ਲੁਭਾਵਨੇ ਆਫਰ ਦਿੱਤੇ ਜਾਂਦੇ ਆ, ਤੇ ਤੁਸੀਂ ਆਪਣਾ ਤੇ ਆਪਣੇ ਆਉਣ ਵਾਲੀ ਪੀੜ੍ਹੀਆਂ ਦਾ ਭਵਿੱਖ ਜਿਹੜਾ ਉਹ ਖਰਾਬ ਕਰ ਰਹੇ ਆ। ਇਹਨਾਂ ਨੂੰ ਸਰਕਾਰੀ ਬੰਗਲੇ, ਤੁਹਾਨੂੰ ਏਡੇ ਵੱਡੇ ਸਰਕਾਰੀ ਬੰਗਲੇ, ਕਿਸੇ ਇੱਕ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਵੇਖੋ, ਪੁੱਛਣਗੇ ਤੁਹਾਨੂੰ ਟਾਈਮ ਲੈ ਕੇ ਆਏ ਹੋ? ਮੰਤਰੀ ਸਾਹਿਬ ਘਰ ਨਹੀਂ ਗਏ। ਇਹ ਉਹੀ ਲੋਕ ਨੇ ਜਿਹੜੇ ਤੁਹਾਡੇ ਕੋਲ ਹੱਥ ਜੋੜ ਕੇ ਆਉਂਦੇ ਨੇ, ਪਰ ਹਾਲਾਤ ਜਿਹੜੇ ਨੇ ਉਹ ਮੁਲਕ ਦੇ। ਸਾਡੀ ਫਿਰ ਇੱਕ ਵਾਰ ਪੀਐਮ ਸਾਹਿਬ ਨੂੰ ਅਪੀਲ ਹੈ ਵੀ ਜਿਹੜੇ ਲੋਕ ਘਿਨੌਣਾ ਅਪਰਾਧ ਕਰਦੇ ਨੇ, ਕਿਉਂਕਿ ਤੁਹਾਡੇ ਕੋਲ ਬਹੁਮਤ ਹੈ, ਤੁਹਾਡੇ ਕੋਲ ਤਾਕਤ ਹੈ ਇਸ ਵੇਲੇ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ, ਕਾਨੂੰਨਾਂ 'ਚ ਬੇਨਤੀ ਹੈ ਬਦਲਾਵ ਲਿਆਓ, ਅੰਗਰੇਜ਼ਾਂ ਦੇ ਕਾਨੂੰਨਾਂ ਨੂੰ ਰੱਦ ਕਰੋ, ਕਿਉਂਕਿ ਅੱਜ ਦੇਸ਼ ਦੀ ਡਿਮਾਂਡ ਕੁਝ ਹੋ ਰਿਹਾ, ਤੇ ਜਿਹੜੇ ਭ੍ਰਸ਼ਟ ਲੋਕ ਨੇ ਜਿਹੜੇ ਇਸ ਮੁਲਕ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਬਰਬਾਦ ਕਰ ਰਹੇ ਨੇ, ਉਹਨਾਂ 'ਤੇ ਕਾਰਵਾਈ ਕਰੋ। ਤੁਹਾਨੂੰ ਸਾਡਾ ਜੇ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਤੇ ਸ਼ੇਅਰ ਜ਼ਰੂਰ ਕਰਿਓ, ਤੇ ਕਿਉਂਕਿ ਤੁਹਾਡੀਆਂ ਦਿੱਤੀਆਂ
ਟਿੱਪਣੀਆਂ, ਤੁਹਾਡੇ ਦਿੱਤੇ ਸੁਝਾਅ ਸਾਡੇ ਲਈ ਬਹੁਤ ਮਾਇਨੇ ਰੱਖਦੇ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ।